है। इस तरह वाहिगुरु सच्चे पातशाह जी का कोई आकार नहीं। जिवें गुरबाणी विच भी महाराज कहते ने, बोलै गोरख सत स्वरूप परम तंत मैं हरेक ना रूप। ਤਾਂ ਐਸਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਰੂਪ ਆਕਾਰਾਂ ਤੋਂ ਰਹਿਤ ਹੈ, ਜਾਂ ਰੂਪ ਦਾ ਅਰਥ ਹੁੰਦਾ ਹੈ ਰੰਗ ਰੂਪ ਵੀ। ਵਾਹਿਗੁਰੂ ਪਰਮੇਸ਼ਰ ਜੀ ਕਾਲਾ ਚਿੱਟਾ ਆਦਿਕ ਇਹੋ ਜਿਹੇ ਰੂਪਾਂ ਰੰਗਾਂ ਤੋਂ ਰਹਿਤ ਹਨ। ਔਰ ਜੇ ਇਸ ਤੁਕ ਦਾ ਇਸ ਪਵਿੱਤਰ ਸ਼ਬਦ ਦਾ ਅਰਥ ਦੂਸਰੇ ਤਰ੍ਹਾਂ ਕੀਤਾ ਜਾਵੇ ਤਾਂ ਐੜੇ ਦਾ ਅਰਥ ਜਿੱਥੇ ਰਹਿਤ ਹੈ ਉੱਥੇ ਵਿਸ਼ੇਸ਼ ਕਰਕੇ ਵੀ ਆਉਂਦਾ ਹੈ, ਬਹੁਲਤਾ ਕਰਕੇ ਵੀ ਆਉਂਦਾ ਹੈ, ਸਹਿਤ ਕਰਕੇ ਵੀ ਆਉਂਦਾ ਹੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਵੈਸੇ ਤੇ ਆਪ ਜੀ ਰੂਪ ਰੰਗ ਆਦਿਕ ਤੋਂ ਰਹਿਤ ਹੋ, ਪਰ ਜੇ ਆਪ ਜੀ ਦੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਜਿਹੜੇ ਸੰਤ ਨੇ, ਨਾਮ ਜਪਣ ਵਾਲੇ ਮਹਾਤਮਾ ਮਹਾਂਪੁਰਸ਼ ਨੇ, ਜਿਨ੍ਹਾਂ ਉੱਤੇ ਆਪ ਜੀ ਦੀ ਕਿਰਪਾ ਹੈ, ਸੇਵਾ ਸਿਮਰਨ ਕਰ ਕਰਕੇ ਜਿਨ੍ਹਾਂ ਆਪਣਾ ਮਨ ਸ਼ੁੱਧ ਕਰ ਲਿਆ ਹੈ, ਤੇ ਆਪ ਜੀ ਦੀ ਪ੍ਰਾਪਤੀ ਜਿਨ੍ਹਾਂ ਸੰਤਾਂ ਮਹਾਤਮਾ ਗੁਰਸਿੱਖਾਂ ਧਰਮੀ ਪੁਰਸ਼ਾਂ ਨੂੰ ਹੋ ਚੁੱਕੀ ਹੈ, ਉਹ ਵਿਸ਼ੇਸ਼ ਕਰਕੇ ਆਪ ਜੀ ਦਾ ਰੂਪ ਹਨ। ਜਿਵੇਂ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹਨੇ ਪਰਮੇਸ਼ਰ ਦੇ ਦਰਸ਼ਨ ਕਰਨੇ ਹਨ ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰੇ, ਨਾਮ ਜਪਣ ਵਾਲੇ ਦੇ ਦਰਸ਼ਨ ਕਰੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਦੱਸਦੇ ਨੇ, ਸ੍ਰੀ ਸਰਬਲੋਕ ਗ੍ਰੰਥ ਅੰਦਰ ਵੀ ਇਹ ਬਚਨ ਅੰਕਿਤ ਕੀਤੇ ਹੋਏ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਜਿਹੜਾ ਖਾਲਸਾ ਹੈ ਪੰਜਾਂ ਕਕਾਰਾਂ ਦਾ ਧਾਰਨੀ ਹੈ, ਚਾਰ ਬੱਜਰ ਕ੍ਰਹਿਤਾਂ ਤੋਂ ਬਚਿਆ ਹੋਇਆ ਹੈ, ਨਿਤਨੇਮੀ ਹੈ, ਭਜਨੀਕ ਹੈ, ਜਿਹੜਾ ਵਿਸ਼ਿਆਂ ਤੋਂ ਉੱਪਰ ਉੱਠ ਚੁੱਕਾ ਹੈ, ਐਸਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸਰੂਪ ਹੈ। ਜਿਹਨੇ ਮੇਰੇ ਦਰਸ਼ਨ ਕਰਦੇ ਹੋਣ ਉਹ ਖਾਲਸੇ ਦੇ ਦਰਸ਼ਨ ਕਰ ਲਵੇ। ਜਿਹਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਬਚਨ ਬਲਾਸ ਕਰਨੇ ਹੋਣ ਤਾਂ ਗੁਰਬਾਣੀ ਪੜ੍ਹਨੀ, ਜਿਹੜਾ ਨਿਤਨੇਮ ਕਰਨਾ ਹੈ, ਇਹਦੀ ਦੇਖੋ ਕਿੱਡੀ ਵੱਡੀ ਮਹਾਨਤਾ ਹੈ। ਅਸੀਂ ਤਾਂ ਭੁੱਲ ਜਾਂਦੇ ਹਾਂ ਬਾਣੀ ਪੜ੍ਹਦੇ, ਸਾਨੂੰ ਇਹ ਚੇਤਾ ਨਹੀਂ ਰਹਿੰਦਾ ਬਾਣੀ ਪੜ੍ਹਨੀ ਤਾਂ ਪਰਮੇਸ਼ਰ ਦੇ ਸਨਮੁਖ ਹੋਣਾ ਹੈ, ਤੇ ਪਰਮੇਸ਼ਰ ਦੇ ਤੇ ਆਪਣੇ ਸਨਮੁਖ ਵਿਚਕਾਰ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੀਦਾ, ਕਿਸੇ ਖਿਆਲ ਨੂੰ, ਕਿਸੇ ਸੁਰਤੀ ਬਿਰਤੀ ਨੂੰ। ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਕੇ, ਖਿਆਲ ਨੂੰ ਪਾਸੇ ਕਰਕੇ ਵਾਹਿਗੁਰੂ ਦੇ ਸਨਮੁਖ ਰਹਿਣਾ ਚਾਹੀਦਾ ਹੈ। ਨਿਤਨੇਮ ਦੇ ਵਿੱਚ ਕੋਈ ਖਿਆਲ ਨਹੀਂ ਆਉਣ ਦੇਣਾ ਚਾਹੀਦਾ। ਕਿਉਂਕਿ ਜਿਹੜੀ ਬਾਣੀ ਪੜ੍ਹਨੀ ਹੈ, ਦਸਵੇਂ ਪਾਤਸ਼ਾਹ ਕਹਿੰਦੇ ਮੇਰੇ ਨਾਲ ਬਚਨ ਕਰਨੇ ਆ, ਬਚਨ ਬਲਾਸ ਕਰਨੇ ਨੇ, ਗੱਲਬਾਤ ਕਰਦੀ ਹੈ। ਇਸ ਕਰਕੇ ਬਾਣੀ ਵੀ ਉਹਦਾ ਸਰੂਪ ਮੰਨੀ ਗਈ ਹੈ। ਜਾਂ ਫਿਰ ਗੁਰੂ ਸਾਹਿਬ ਪਰਮੇਸ਼ਰ ਦਾ ਸਾਖਸ਼ਾਤ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਸੇ ਤਰ੍ਹਾਂ ਗੁਰ ਅਰਜਨ ਪ੍ਰਤੱਖ ਹਰ। ਜੇ ਕਿਸੇ ਨੇ ਸਾਖਸ਼ਾਤ ਰੱਬ ਦੇ ਦਰਸ਼ਨ ਕਰਨੇ ਨੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਖੋ, ਉਹਨਾਂ ਦੇ ਸਰੂਪ ਦੇ ਦਰਸ਼ਨ ਕਰੋ, ਉਹਨਾਂ ਦੇ ਜੀਵਨ ਦੇ ਦਰਸ਼ਨ ਕਰੋ। ਤਾਂ ਇਸ ਪ੍ਰਕਾਰ ਵਿਸ਼ੇਸ਼ ਰੂਪ ਪਰਮੇਸ਼ਰ ਦਾ ਭਾਵੇਂ ਰੰਗ ਰੂਪ ਰਹਿਤ ਹੈ, ਪਰ ਜੇ ਉਹਦੇ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਨਾਮ ਜਪਣ ਵਾਲੇ ਮਹਾਂਪੁਰਸ਼ ਜਾਂ ਬਾਣੀ ਜਾਂ ਗੁਰੂ ਸਾਹਿਬ ਜਾਂ ਖਾਲਸਾ ਇਹ ਉਹਦਾ ਰੂਪ ਮੰਨੇ ਗਏ ਹਨ। ਇਸ ਨਾਮ ਜਪਣ ਵਾਲੇ ਮਹਾਂਪੁਰਸ਼ ਉਹਦਾ ਸਰੂਪ ਨੇ। ਇੱਕ ਸਾਖੀ ਚੇਤੇ ਆਈ, ਲਾਹੌਰ ਸ਼ਹਿਰ ਦੇ ਵਿੱਚ ਪਰਮ ਪੂਜਨੀਕ ਸੰਤ ਖੁਦਾ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼, ਜਿਹੜੇ ਧੰਨ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ ਨੇ, ਉਹਨਾਂ ਦੇ ਦੋ ਸਿੱਖ ਹੋਏ ਨੇ। ਇੱਕ ਅਮਰ ਸ਼ਹੀਦ ਸ਼੍ਰੀਮਾਨ ਸੰਤ ਭਾਈ ਮਹਾਰਾਜ ਸਿੰਘ ਜੀ ਤੇ ਦੂਸਰੇ ਸੰਤ ਬਾਬਾ ਖੁਦਾ ਸਿੰਘ ਜੀ। ਸੰਤ ਬਾਬਾ ਖੁਦਾ ਸਿੰਘ ਜੀ ਬਾਰੇ ਪੰਡਿਤ ਸ਼ੇਰ ਸਿੰਘ ਜੀ ਲਿਖਦੇ ਨੇ ਕਿ ਦਾਸ ਉਹਨਾਂ ਦੇ ਨਾਲ ਸੀ ਤੇ ਰੋਜ਼ ਸਵੇਰੇ ਲਾਹੌਰ ਸ਼ਹਿਰ ਦੇ ਵਿੱਚ ਉਹ ਸੈਰ ਕਰਨ ਵਾਸਤੇ ਜਦੋਂ ਨਿਕਲਦੇ ਤੇ ਦਾਸ ਪੰਡਿਤ ਸ਼ੇਰ ਸਿੰਘ ਜੀ ਕਹਿੰਦੇ ਮੈਂ ਉਹਨਾਂ ਨਾਲ ਸੀ। ਤਾਂ ਪੰਡਿਤ ਸ਼ੇਰ ਸਿੰਘ ਜੀ ਦੱਸਦੇ ਕਿ ਜਦੋਂ ਅਸੀਂ ਤੁਰੇ ਜਾਂਦੇ ਸੀ ਇੱਕ ਬ੍ਰਾਹਮਣ ਸਾਨੂੰ ਰੋਜ਼ ਮਿਲਦਾ,
ਉਹਨੇ ਬਾਬਾ ਖੁਦਾ ਸਿੰਘ ਜੀ ਦਾ ਚਿਹਰਾ ਵੇਖ ਕੇ ਇਦਾਂ ਮਸਤ ਹੋ ਜਾਣਾ ਜਿਵੇਂ ਕਿਸੇ ਨੇ ਬਹੁਤ ਹੀ ਨਸ਼ੀਲੀ ਸ਼ਰਾਬ ਪੀਤੀ ਹੁੰਦੀ ਹੈ, ਬਹੁਤ ਜ਼ਿਆਦਾ ਨਸ਼ੇ ਵਾਲੀ ਸ਼ਰਾਬ ਪੀਤੀ ਹੋਵੇ। ਉਹ ਇਦਾਂ ਮਸਤ ਹੋ ਜਾਂਦਾ ਸੀ ਤੇ ਕਿੰਨਾ ਕਿੰਨਾ ਚਿਰ ਸੰਤਾਂ ਨੂੰ ਗਲਵੱਕੜੀ 'ਚ ਲੈ ਕੇ ਉਹਨਾਂ ਦੇ ਚਿਹਰੇ ਵੱਲ ਹੀ ਦੇਖਦਾ ਰਹਿੰਦਾ ਹੁੰਦਾ ਸੀ। ਇੱਕ ਦਿਨ, 2 ਦਿਨ, 3 ਦਿਨ, ਅਖੀਰ ਇੱਕ ਦਿਨ ਸੰਤ ਖੁਦਾ ਸਿੰਘ ਜੀ ਮਹਾਰਾਜ ਪੁੱਛਦੇ ਕਿ ਬ੍ਰਾਹਮਣ ਦੇਵਤਾ ਠਾਕੁਰ ਜੀ ਵੀ ਤੂੰ ਕੀ ਕਰਦਾ ਹੁੰਦਾ ਹੈ, ਕੋਈ ਪਰਿਵਾਰ ਨਹੀਂ ਹੈ, ਕੋਈ ਜ਼ਿੰਮੇਵਾਰੀ ਨਹੀਂ ਹੈ, ਤੂੰ ਰੋਜ਼ ਹੀ ਸਾਨੂੰ ਮਿਲਦਾ ਹੈ ਤੇ ਰੋਜ਼ ਹੀ ਤੇ ਆਪਣੇ ਸਨਮੁਖ ਵਿਚਕਾਰ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੀਦਾ, ਕਿਸੇ ਖਿਆਲ ਨੂੰ, ਕਿਸੇ ਸੁਰਤੀ ਬਿਰਤੀ ਨੂੰ। ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਕੇ ਖਿਆਲ ਨੂੰ ਪਾਸੇ ਕਰਕੇ ਵਾਹਿਗੁਰੂ ਦੇ ਸਨਮੁਖ ਰਹਿਣਾ ਚਾਹੀਦਾ ਹੈ। ਨਿਤਨੇਮ ਦੇ ਵਿੱਚ ਕੋਈ ਖਿਆਲ ਨਹੀਂ ਆਉਣ ਦੇਣਾ ਚਾਹੀਦਾ। ਕਿਉਂਕਿ ਜਿਹੜੀ ਬਾਣੀ ਪੜ੍ਹਨੀ ਹੈ, 10ਵੇਂ ਪਾਤਸ਼ਾਹ ਕਹਿੰਦੇ ਮੇਰੇ ਨਾਲ ਬਚਨ ਕਰਨੇ ਆ, ਬਚਨ ਬਲਾਸ ਕਰਨੇ ਨੇ, ਗੱਲਬਾਤ ਕਰਦੀ ਹੈ। ਇਸ ਕਰਕੇ ਬਾਣੀ ਵੀ ਉਹਦਾ ਸਰੂਪ ਮੰਨੀ ਗਈ ਹੈ, ਜਾਂ ਫਿਰ ਗੁਰੂ ਸਾਹਿਬ ਪਰਮੇਸ਼ਰ ਦਾ ਸਾਖਸ਼ਾਤ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਇਸੇ ਤਰ੍ਹਾਂ ਗੁਰ ਅਰਜਨ ਪ੍ਰਤੱਖ ਹਰ, ਜੇ ਕਿਸੇ ਨੇ ਸਾਖਸ਼ਾਤ ਰੱਬ ਦੇ ਦਰਸ਼ਨ ਕਰਨੇ ਨੇ, ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਖੋ, ਉਹਨਾਂ ਦੇ ਸਰੂਪ ਦੇ ਦਰਸ਼ਨ ਕਰੋ, ਉਹਨਾਂ ਦੇ ਜੀਵਨ ਦੇ ਦਰਸ਼ਨ ਕਰੋ। ਤਾਂ ਇਸ ਪ੍ਰਕਾਰ ਵਿਸ਼ੇਸ਼ ਰੂਪ ਪਰਮੇਸ਼ਰ ਦਾ ਭਾਵੇਂ ਰੰਗ ਰੂਪ ਰਹਿਤ ਹੈ, ਪਰ ਜੇ ਉਹਦੇ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਨਾਮ ਜਪਣ ਵਾਲੇ ਮਹਾਂਪੁਰਸ਼ ਜਾਂ ਬਾਣੀ ਜਾਂ ਗੁਰੂ ਸਾਹਿਬ ਜਾਂ ਖਾਲਸਾ, ਇਹ ਉਹਦਾ ਰੂਪ ਮੰਨੇ ਗਏ ਹਨ। ਇਸ ਨਾਮ ਜਪਣ ਵਾਲੇ ਮਹਾਂਪੁਰਸ਼ ਉਹਦਾ ਸਰੂਪ ਨੇ। ਇੱਕ ਸਾਖੀ ਚੇਤੇ ਆਈ, ਲਾਹੌਰ ਸ਼ਹਿਰ ਦੇ ਵਿੱਚ ਪਰਮ ਪੂਜਨੀਕ ਸੰਤ ਖੁਦਾ ਸਿੰਘ ਜੀ, ਨਰੰਗਾਬਾਦ ਵਾਲੇ ਮਹਾਂਪੁਰਸ਼ ਜਿਹੜੇ ਧੰਨ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ ਨੇ, ਉਹਨਾਂ ਦੇ 2 ਸਿੱਖ ਹੋਏ ਨੇ। ਇੱਕ ਅਮਰ ਸ਼ਹੀਦ ਸ਼੍ਰੀਮਾਨ ਸੰਤ ਭਾਈ ਮਹਾਰਾਜ ਸਿੰਘ ਜੀ ਤੇ ਦੂਸਰੇ ਸੰਤ ਬਾਬਾ ਖੁਦਾ ਸਿੰਘ ਜੀ। ਸੰਤ ਬਾਬਾ ਖੁਦਾ ਸਿੰਘ ਜੀ ਬਾਰੇ ਪੰਡਤ ਸ਼ੇਰ ਸਿੰਘ ਜੀ ਲਿਖਦੇ ਨੇ ਕਿ ਦਾਸ ਉਹਨਾਂ ਦੇ ਨਾਲ ਸੀ ਤੇ ਰੋਜ਼ ਸਵੇਰੇ ਲਾਹੌਰ ਸ਼ਹਿਰ ਦੇ ਵਿੱਚ ਉਹ ਸੈਰ ਕਰਨ ਵਾਸਤੇ ਜਦੋਂ ਨਿਕਲਦੇ ਤੇ ਦਾਸ ਪੰਡਤ ਸ਼ੇਰ ਸਿੰਘ ਜੀ ਕਹਿੰਦੇ ਮੈਂ ਉਹਨਾਂ ਨਾਲ ਸੀ। ਤਾਂ ਪੰਡਤ ਸ਼ੇਰ ਸਿੰਘ ਜੀ ਦੱਸਦੇ ਕਿ ਜਦੋਂ ਅਸੀਂ ਤੁਰੇ ਜਾਂਦੇ ਸੀ, ਇੱਕ ਬ੍ਰਾਹਮਣ ਸਾਨੂੰ ਰੋਜ਼ ਮਿਲਦਾ। ਉਹਨੇ ਬਾਬਾ ਖੁਦਾ ਸਿੰਘ ਜੀ ਦਾ ਚਿਹਰਾ ਵੇਖ ਕੇ ਇਦਾਂ ਮਸਤ ਹੋ ਜਾਣਾ ਜਿਵੇਂ ਕਿਸੇ ਨੇ ਬਹੁਤ ਹੀ ਨਸ਼ੀਲੀ ਸ਼ਰਾਬ ਪੀਤੀ ਹੁੰਦੀ ਹੈ, ਬਹੁਤ ਜ਼ਿਆਦਾ ਨਸ਼ੇ ਵਾਲੀ ਸ਼ਰਾਬ ਪੀਤੀ ਹੋਵੇ। ਉਹ ਇਦਾਂ ਮਸਤ ਹੋ ਜਾਂਦਾ ਸੀ ਤੇ ਕਿੰਨਾ ਕਿੰਨਾ ਚਿਰ ਸੰਤਾਂ ਨੂੰ ਗਲਵੱਕੜੀ 'ਚ ਲੈ ਕੇ ਉਹਨਾਂ ਦੇ ਚਿਹਰੇ ਵੱਲ ਹੀ ਦੇਖਦਾ ਰਹਿੰਦਾ ਹੁੰਦਾ ਸੀ। ਇੱਕ ਦਿਨ, 2 ਦਿਨ, 3 ਦਿਨ, ਅਖੀਰ ਇੱਕ ਦਿਨ ਸੰਤ ਖੁਦਾ ਸਿੰਘ ਜੀ ਮਹਾਰਾਜ ਪੁੱਛਦੇ ਕਿ ਬ੍ਰਾਹਮਣ ਦੇਵਤਾ ਠਾਕੁਰ ਜੀ ਵੀ ਤੂੰ ਕੀ ਕਰਦਾ ਹੁੰਦਾ ਹੈ, ਕੋਈ ਪਰਿਵਾਰ ਨਹੀਂ ਹੈ, ਕੋਈ ਜ਼ਿੰਮੇਵਾਰੀ ਨਹੀਂ ਹੈ, ਤੂੰ ਰੋਜ਼ ਹੀ ਸਾਨੂੰ ਮਿਲਦਾ ਹੈ ਤੇ ਰੋਜ਼ ਹੀ ਇਦਾਂ ਮਸਤ ਰਹਿਣਾ ਵਾ ਜਿੱਦਾਂ ਤੂੰ ਬਹੁਤ ਹੀ ਨਸ਼ੇ ਵਾਲੀ ਸ਼ਰਾਬ ਪੀਤੀ ਹੋਵੇ। ਆਮ ਸ਼ਰਾਬ ਦੇ ਵਿੱਚ ਨਸ਼ਾ ਘੱਟ ਹੁੰਦਾ ਹੈ, ਪਰ ਬਹੁਤੀ ਜ਼ਿਆਦਾ ਨਸ਼ੀਲੀ ਸ਼ਰਾਬ ਪੀਤੀ ਹੋਵੇ, ਮੈਂ ਮਸਤ ਰਹਿਣਾ ਹੈ, ਤੂੰ ਕਰਦਾ ਕੀ ਹੈ? ਤਾਂ ਉਹ ਪੰਡਤ ਕਹਿਣ ਲੱਗਾ ਮਹਾਰਾਜ ਵੀ ਮੈਂ 2 ਰੁਪਈਏ ਦਿਹਾੜੀ ਦੇ ਕਮਾਉਣਾ ਵਾ, ਜਾਂ 2 ਪੈਸੇ ਕਹਿ ਲਓ। ਅੱਧੇ ਅੱਧੇ ਆਨੇ ਦਾ ਪਾਠ ਪੂਜਾ 2-4 ਬੰਦਿਆਂ ਵਾਸਤੇ ਕਰਕੇ ਜਦੋਂ 2 ਪੈਸੇ ਬਣ ਜਾਂਦੇ ਉਹਦੇ ਨਾਲ ਗੁਜ਼ਾਰਾ ਕਰ ਲੈਣਾ ਤੇ ਇਹ ਤੋਂ ਵੱਧ ਲੋਭ ਕਰਦਾ ਨਹੀਂ। ਇੰਨੇ ਨਾਲ ਮੇਰੀ ਦਿਹਾੜੀ ਲੰਘ ਜਾਂਦੀ ਹੈ ਤੇ ਫਿਰ ਅਗਲੇ ਦਿਨ ਪੂਜਾ ਪਾਠ ਉਹਨਾਂ ਦੇ ਨਾਮ ਦਾ ਕਰ ਦਿੰਦਾ। ਤਾਂ ਸੰਤ ਕਹਿਣ ਲੱਗੇ ਕਿ ਤੂੰ ਸਾਡੇ ਪੰਡਤ ਸ਼ੇਰ ਸਿੰਘ ਜੀ ਕਹਿੰਦੇ ਫਿਰ ਮੈਂ ਪੁੱਛਿਆ ਕਿ ਤੂੰ ਸੰਤਾਂ ਦੇ ਚਿਹਰੇ ਵੱਲ ਕਿਉਂ ਵੇਖਦਾ ਰਹਿੰਦਾ ਹੈ? ਤਾਂ ਉਹ ਕਹਿਣ ਲੱਗਾ ਜੀ ਇਹ ਜਾਣਦੇ ਹੀ ਨੇ ਸਾਰੀ ਗੱਲ, ਪਰ ਜੇ ਫਿਰ ਵੀ ਤੁਸੀਂ ਪੁੱਛਦੇ ਹੋ ਤੇ ਦੱਸ ਦਿੰਦਾ।
ਕਹਿੰਦਾ ਇੱਕ ਵਾਰੀ ਮੈਂ ਯਾਤਰਾ ਤੇ ਗਿਆ, ਹੁਣ ਗੰਗਾ ਜੀ ਦਾ ਇਸ਼ਨਾਨ ਕਰਨਾ ਸੀ ਤੇ ਮੈਂ ਇਸ਼ਨਾਨ ਕਰਨ ਵਾਸਤੇ ਜਦੋਂ ਹਿੰਦੂ ਧਰਮ ਦੀ ਰੀਤੀ ਰਿਵਾਜ ਧਰਮ ਮੁਤਾਬਕ ਗੰਗਾ ਜੀ 'ਚ ਇਸ਼ਨਾਨ ਕਰਨ ਲੱਗਾ ਤੇ ਬਾਹਰ ਜਿਹੜਾ ਮੇਰਾ ਸਮਾਨ ਸੀ ਨਾ ਉਹਦੇ 'ਚ ਨਿਗਾਹ ਟਿਕਾ ਕੇ ਰੱਖੀ ਵੀ ਕੋਈ ਚੁੱਕ ਕੇ ਨਾ ਲੈ ਜੇ। ਕਿਉਂ? ਧਾਰਮਿਕ ਜਗ੍ਹਾ ਤੇ ਪਖੰਡੀ ਤੇ ਚੋਰ ਬਹੁਤੇ ਹੁੰਦੇ, ਤਾਂ ਇਸ ਕਰਕੇ ਮੈਂ ਨਿਗਾਹ ਬਾਹਰ ਰੱਖੀ। ਇੱਕ ਸੱਜਣ ਆਇਆ, ਉਹ ਕਹਿੰਦਾ ਤੁਸੀਂ ਪੰਜਾਬੀਓ ਸੁਧਰ ਨਹੀਂ ਸਕਦੇ, ਧਾਰਮਿਕ ਜਗ੍ਹਾ ਤੇ ਆ ਕੇ ਵੀ ਤੁਸੀਂ ਅੱਧਾ ਹੀ ਇਸ਼ਨਾਨ ਕਰਦੇ ਹੋ। ਤੇ ਮੈਂ ਪੁੱਛਿਆ ਕਿਵੇਂ? ਕਹਿੰਦਾ ਹੁਣ ਇੰਨੀ ਦੂਰੋਂ ਪੰਜਾਬ ਤੋਂ ਤੂੰ ਇੱਥੇ ਗੰਗਾ ਜੀ ਦੇ ਆਇਆ ਇਸ਼ਨਾਨ ਕਰਨ ਵਾਸਤੇ, ਤੇ ਹੁਣ ਬੰਦਿਆਂ ਤਰ੍ਹਾਂ ਇਸ਼ਨਾਨ ਤੇ ਕਰ ਲਾ ਵੀ ਸਿਰ ਕੇਸੀ ਭਾਵ ਸਿਰ ਵੀ ਡੁਬੋ ਵਿੱਚ, ਪੂਰਾ ਸਿਰ ਤੋਂ ਲੈ ਕੇ ਪੈਰਾਂ ਦੇ ਨਹੁੰ ਤੱਕ ਇਸ਼ਨਾਨ ਕਰ। ਕਹਿੰਦਾ ਜਦੋਂ ਮੈਂ ਡੁਬਕੀ ਮਾਰੀ ਤੇ ਮੇਰੀ ਗਠੜੀ ਦੇ ਵਿੱਚੋਂ ਜਿਹੜੀ ਪੈਸਿਆਂ ਦੀ ਵਾਂਸਲੀ ਸੀ, ਝੋਲੀ ਸੀ, ਉਹ ਲੈ ਕੇ ਖਿਸਕ ਗਿਆ। ਮੈਂ ਬਾਹਰ ਨਿਕਲ ਗਿਆ। ਹੁਣ ਨਾ ਮੇਰੀ ਕੋਈ ਜਾਣ ਪਛਾਣ, ਕਿਹਨੂੰ ਕੋਸਾਂ, ਕਿਹਦੀ ਮਦਦ ਲਵਾਂ, ਕਿਹਨੂੰ ਚੋਰ ਕਵਾਂ, ਉਹ ਤੇ ਖਿਸਕ ਗਿਆ। ਪਰ ਮੈਨੂੰ ਬੜਾ ਧੱਪ ਚੜ੍ਹਿਆ, ਗੁੱਸਾ ਚੜ੍ਹਿਆ। ਫਿਰ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਮਨਾ ਸਭ ਨੂੰ ਪ੍ਰੇਰਨਾ ਦੇਣ ਵਾਲਾ ਤੇ ਈਸ਼ਵਰ ਹੀ ਆ। ਜੇ ਉੱਚੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਨਮਸਤੰ ਕਿਰ ਤਾਰੰਗ, ਜਿਹਦੇ ਕਰੀ ਹੱਥਾਂ ਦੇ ਵਿੱਚ ਸਾਰਿਆਂ ਦੀ ਤਾਰ ਫੜੀ ਹੋਈ ਹੈ, ਉਹ ਜਿਵੇਂ ਚਲਾਉਂਦਾ ਉਵੇਂ ਚੱਲਣਾ ਪੈਂਦਾ ਹੈ। ਇਸ ਕਰਕੇ ਮੇਰਾ ਚੋਰ ਕੋਈ ਬੰਦਾ ਨਹੀਂ ਆ, ਮੇਰਾ ਚੋਰ ਈਸ਼ਵਰ ਹੀ ਆ। ਕਿਉਂ? ਈਸ਼ਵਰ ਨੇ ਉਸ ਬੰਦੇ ਨੂੰ ਪ੍ਰੇਰਨਾ ਦਿੱਤੀ ਵੀ ਚੋਰੀ ਕਰ। ਹੁਣ ਇਹ ਗੱਲ ਬੜੀ ਵੱਡੀ ਆ। ਸਾਨੂੰ ਤੇ ਬੰਦੇ ਦੇਖਦੇ ਇਸ ਕਰਕੇ ਈਰਖਾ ਦਵੈਸ਼ 'ਚ ਪਏ ਰਹਿੰਦੇ ਆ, ਈਰਖਾ ਕਰਦੇ ਆ ਵੀ ਇਹ ਅੱਗੇ ਵੱਧ ਗਿਆ। ਇਹ ਤੇ ਦੇਖਦੇ ਨਹੀਂ ਵੀ ਇਹਨੇ ਚੰਗੇ ਕਰਮ ਕੀਤੇ ਹੋਣਗੇ, ਇਹਨੂੰ ਰੱਬ ਨੇ ਅੱਗੇ ਵਧਾਤਾ। ਤਾਂ ਉਹ ਇਹਨੂੰ ਬ੍ਰਹਮ ਦ੍ਰਿਸ਼ਟੀ ਵੀ ਕਹਿ ਦਿੰਦੇ ਆ, ਵੀ ਹਰ ਜਗ੍ਹਾ ਵਾਹਿਗੁਰੂ ਨੂੰ ਦੇਖਣਾ। ਤਾਂ ਉਹਨੇ ਪ੍ਰਤਿੱਗਿਆ ਕਰ ਲਈ ਵੀ ਜੇ ਇੰਨੇ ਵਜੇ ਤੱਕ ਮੇਰੇ ਪੈਸੇ ਹੇ ਭਗਵਾਨ, ਹੇ ਈਸ਼ਵਰ, ਤੂੰ ਨਾ ਮੋੜੇ ਤਾਂ ਮੈਂ ਅੰਨ ਪਾਣੀ ਤਿਆਗ ਕੇ ਗੰਗਾ ਜੀ ਦੇ ਕੰਢੇ ਸਰੀਰ ਛੱਡੂੰਗਾ ਤੇ ਤੇਰੇ ਨਾਂ ਲੱਗੂੰਗਾ, ਕਿਉਂਕਿ ਮੇਰਾ ਚੋਰ ਬੰਦਾ ਨਹੀਂ ਆ, ਮੇਰਾ ਚੋਰ ਈਸ਼ਵਰ ਹੀ। ਐਸੀ ਭਾਵਨਾ ਦ੍ਰਿੜ ਕਰ ਲਈ। ਹੁਣ ਵਾਹਿਗੁਰੂ ਪਰਮੇਸ਼ਰ ਵੀ ਦੇਖਦਾ ਵੀ ਸੱਚਾ ਕਿ ਝੂਠਾ। ਹੁਣ ਪਰਖ ਤੇ ਹੁੰਦੀ ਹੈ। ਕਹਿੰਦੇ ਜਦੋਂ ਅੰਮ੍ਰਿਤ ਵੇਲੇ ਬੈਠਾ ਸੀ, ਜਦੋਂ ਇਸ਼ਨਾਨ ਕਰਨ ਲੱਗਾ, ਜਦੋਂ ਦਿਨ ਚੜ੍ਹਿਆ ਤੇ ਮਹਾਰਾਜ ਨੇ ਵੇਖਿਆ ਵੀ ਭੁੱਖਾ ਪਿਆਸਾ ਵਾ, ਤੇ ਇੱਕ ਸੱਜਣ ਦਾ ਰੂਪ ਧਾਰ ਕੇ ਪਰਮੇਸ਼ਰ ਆਣ ਕੇ ਕਹਿਣ ਲੱਗਾ, ਪੰਡਤਾ ਕਿਉਂ ਭੁੱਖਾ ਮਰਦਾ ਵਾ? ਆ ਚੱਲ ਤੇਰੀ ਕੋਈ ਸੇਵਾ ਕਰੀਏ, ਜਲ ਪਾਣੀ ਛਕਾਈਏ, ਚੰਗਾ ਬੰਦਾ ਜਾਪਦਾ ਤੂੰ। ਤਾਂ ਇਹ ਕਹਿਣ ਲੱਗਾ ਵੀ ਜਿੰਨਾ ਚਿਰ ਮੇਰੀ ਪੈਸਿਆਂ ਵਾਲੀ ਝੋਲੀ ਨਹੀਂ ਮਿਲਦੀ ਮੈਂ ਇੱਥੋਂ ਹਿੱਲਣਾ ਨਹੀਂ। ਭਾਵੇਂ ਕਿ ਗਰਮੀ ਦੇ ਦਿਨ ਸੀ, ਪਰ ਅਜੇ ਹੋਈ ਸਵੇਰ ਹੀ ਸੀ, ਥੋੜ੍ਹੀ ਜਿਹੀ ਗਰਮੀ ਘੱਟ ਸੀ। 2-3 ਘੰਟੇ ਬਤੀਤ ਹੋਏ। ਫਿਰ ਸੰਖੇਪ ਦੇ ਵਿੱਚ ਬੇਨਤੀ ਕਰਾਂ, ਉਹ ਸੱਜਣ ਫੇਰ ਮੁੜ ਕੇ ਆਇਆ। ਕਹਿੰਦਾ ਆਤਮ ਹੱਤਿਆ ਕਰਨੀ ਬਹੁਤ ਵੱਡਾ ਪਾਪ ਹੈ, ਇਹ ਸਰੀਰ ਦੁਬਾਰਾ ਨਹੀਂ ਮਿਲਦਾ, ਹੱਠ ਕਰਕੇ ਮਰਦਾ ਪਿਆ ਵਾਂ, ਇੱਕ ਪੈਸਿਆਂ ਪਿੱਛੇ ਰੋਈ ਜਾਂਦਾ ਵਾਂ। ਉੱਠ ਤਾਂ ਜਲ ਪਾਣੀ ਛਕ, ਜੇ ਨਹੀਂ ਛਕਣਾ ਤੇ ਤੈਨੂੰ ਲਿਆ ਦਿੰਦਾ, ਆਪ ਬਣਾ ਕੇ ਛਕ ਲੈ। ਜੇ ਕਿਸੇ ਦਾ ਹੱਥ ਦਾ ਨਹੀਂ ਛਕਦਾ ਤੇ ਤੈਨੂੰ ਸੁੱਕੀ ਰਸਤ ਸਿੱਧਾ ਭੇਟ ਕਰ ਦਿੰਦਾ। ਇਹ ਬ੍ਰਾਹਮਣ ਨੇ ਬਹੁਤ ਦ੍ਰਿੜ ਚਿੱਤ ਰੱਖਿਆ, ਜਿਹਨੂੰ ਕਹਿੰਦੇ ਨਾ ਏਕ ਚਿੱਤ, ਜੇ ਇੱਕ ਛਿਨ ਧਿਆਇਓ, ਇੱਕ ਚਿੱਤ ਕਰਨਾ ਪੈਂਦਾ ਬਈ ਨਹੀਂ, ਜਿਹੜੀ ਪ੍ਰਤਿੱਗਿਆ ਉਹ ਪ੍ਰਤਿੱਗਿਆ। ਤਾਂ ਇਹ ਬ੍ਰਾਹਮਣ ਕਹਿਣ ਲੱਗਾ, ਭਲਿਆ ਮਾਨਸਾ ਚੱਲ ਜਾ, ਮੈਂ ਅੱਗੇ ਬੜਾ ਦੁਖੀ ਹਾਂ ਸਵੇਰ ਦਾ, ਉੱਤੋਂ ਮੈਂ ਰੋਟੀ ਪਾਣੀ ਨਾ ਖਾਣ ਦੀ ਪ੍ਰਤਿੱਗਿਆ ਕੀਤੀ ਤੇ ਸਰੀਰ ਛੱਡਣ ਦੀ ਇਹ ਪ੍ਰਤਿੱਗਿਆ ਕੀਤੀ ਆ, ਬਚਨ ਕੀਤਾ, ਤੂੰ ਇੱਦਾਂ ਨਾ ਕਰ। ਚਲੋ ਫਿਰ 2-2.5 ਘੰਟੇ ਬਤੀਤੇ, ਦੁਪਹਿਰ ਦਾ 1-2 ਵੱਜ ਗਿਆ ਹੋਵੇਗਾ। ਧੁੱਪ ਸਿਖਰਾਂ ਦੀ, ਬੁਰਾ ਹਾਲ, ਪਸੀਨੇ ਨਾਲ ਧੁੱਪੇ ਹੀ ਬੈਠਾ ਗੰਗਾ ਜੀ ਦੇ ਕੰਢੇ ਉੱਤੇ, ਹਿੰਦੂ ਧਰਮ ਦੇ ਤੀਰਥ ਉੱਤੇ ਬੈਠਾ। ਤਾਂ ਫਿਰ ਉਹ ਸੱਜਣ ਆਇਆ। ਉਹ ਕਹਿੰਦਾ ਭਾਈ ਇੱਦਾਂ ਨਾ ਕਰ, ਇਹ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ। ਇਹ ਮਾਇਆ ਹਰੇਕ ਨੂੰ ਛੱਡਣੀ ਪੈਂਦੀ ਆ। ਕਿਸੇ ਦੀ ਇੱਦਾਂ ਚਲੇ ਜਾਂਦੀ ਆ, ਕਿਸੇ ਦੀ ਚੋਰੀ ਹੋ ਜਾਂਦੀ ਹੈ, ਕਿਸੇ ਦਾ ਨੁਕਸਾਨ ਹੋ ਜਾਂਦਾ ਹੈ, ਅਖੀਰ ਛੱਡਣੀ ਇਹ ਸਾਰਿਆਂ ਨੂੰ ਪੈਂਦੀ ਹੈ। ਤੇ ਤੂੰ ਮਾਇਆ ਪਿੱਛੇ ਆਪਦਾ ਸਰੀਰ ਖਤਮ ਕਰਨ ਲੱਗਾ।
ਇੱਕ ਪੈਸਿਆਂ ਦੀ ਝੋਲੀ ਬਦਲੇ ਵਾਂਸਲੀ ਬਦਲੇ ਪੈਸਿਆਂ ਦੀ ਇਹ ਸਰੀਰ ਉੱਤਮ ਮਨੁੱਖਾ ਜਨਮ ਖਤਮ ਕਰ ਦੇਣਾ। ਪਰ ਉਹ ਪੰਡਤ ਕਹਿੰਦਾ ਵੀ ਤੂੰ ਚਲੇ ਜਾ, ਮੈਨੂੰ ਵਾਰੀ ਵਾਰੀ ਆਣ ਕੇ ਸਤਾ ਨਾ ਤੇ ਮੇਰੇ ਬਚਨ ਨੂੰ ਤੋੜਨਾ। ਮੈਨੂੰ ਇੱਦਾਂ ਜਾਪਦਾ ਵੀ ਜਾਂ ਤੇ ਤੂੰ ਨਾਰਦ ਮੁਨੀ ਆ ਜਾਂ ਇੰਦਰ ਦੇਵਤਾ ਜਿਹੜਾ ਮੇਰੇ ਤਪ 'ਚ ਭੰਗ ਪਾਉਣਾ ਆਣ ਕੇ, ਵੀ ਕਹਿੰਦਾ ਉੱਠ ਜਾ ਉੱਠ ਜਾ ਉੱਠ ਜਾ, ਬਹਾਨੇ ਬਣਾਉਣਾ ਆਣ ਕੇ। ਚਲੋ ਜਦੋਂ ਤਕਾਲਾਂ ਪਈਆਂ ਤੇ ਉਹ ਪੰਡਤ ਜੀ ਦੱਸਦੇ, ਪੰਡਤ ਸ਼ੇਰ ਸਿੰਘ ਜੀ ਤੇ ਸੰਤ ਖੁਦਾ ਸਿੰਘ ਜੀ ਨੂੰ, ਕਹਿੰਦੇ ਸੱਚੀ ਮੇਰੀ ਤੇ ਜਾਨ ਨਿਕਲਣ ਵਾਲੀ ਹੋ ਗਈ, ਕਿਉਂ ਖੀਰ ਖਾਰ ਖਾਂਦੇ ਸੀ ਪੰਜਾਬ ਦੇ ਵਿੱਚ, ਸਰਾਧਾਂ ਤੇ ਚੰਗਾ ਢਿੱਡ ਵਧਾਇਆ ਸੀ, ਪਰ ਹੁਣ ਕਦੀ ਭੁੱਖ ਤੇ ਕੱਟੀ ਨਹੀਂ ਸੀ। ਲੋਕਾਂ ਨੂੰ ਕਿਹਾ ਸੀ ਵੀ ਵਰਤ ਰੱਖੋ, ਤਾਂ ਹੋਇਆ ਕੀ ਫਿਰ? ਤਾਂ ਕਹਿੰਦੇ ਸ਼ਾਮ ਨੂੰ ਉਹੀ ਸੱਜਣ ਆਣ ਕੇ ਕਹਿੰਦਾ ਜੇ ਮੈਂ ਤੇਰੀ ਪੈਸਿਆਂ ਦੀ ਝੋਲੀ ਵਾਪਸ ਤੈਨੂੰ ਦਵਾ ਦੇਵਾਂ ਤਾਂ ਲਾਲਚ ਨਾ ਕਰੇਗਾ, ਹੋਰ ਕੁਛ ਤਾਂ ਨਾ ਮੰਗੇਗਾ? ਤਾਂ ਇਹ ਬ੍ਰਾਹਮਣ ਕਹਿੰਦਾ ਨਹੀਂ ਜੀ, ਮੇਰੀ ਤੇ ਇਹੀ ਪ੍ਰਤਿਗਿਆ ਵੀ ਪੈਸਿਆਂ ਦੀ ਝੋਲੀ ਮੈਨੂੰ ਵਾਪਸ ਭੇਜ। ਤਾਂ ਉਹ ਕਹਿੰਦਾ ਚੱਲ ਤੁਰ ਫਿਰ। ਇੱਕ ਬੰਨੇ ਲੈ ਗਿਆ ਸ਼ਹਿਰ ਤੋਂ, ਉੱਥੇ ਇੱਕ ਟੁੱਟਾ ਜਿਹਾ ਪੁਰਾਣਾ ਜਿਹਾ ਡਿੱਗਣ ਜੇ ਵਾਲਾ ਘਰ ਸੀ ਚੋਰਾਂ ਦਾ। ਉਹ ਉਸ ਸਮੇਂ ਘਰ 'ਚ ਨਹੀਂ ਕੋਈ ਵੀ। ਉੱਥੇ ਉਹਨੂੰ ਉਹ ਸੱਜਣ ਨੇ ਇਸ਼ਾਰਾ ਕੀਤਾ ਵੀ ਉਹ ਵੇਖ ਲਾ ਤੇਰੀ ਝੋਲੀ ਪਈ ਆ ਨੁੱਕਰ 'ਚ, ਤੇ ਚੁੱਕ ਲਾ ਇਹਨੂੰ। ਇਹ ਪੰਡਤ ਕਹਿੰਦਾ ਜੀ ਮੈਂ ਚੁੱਕ ਲਈ, ਤੇ ਜਦੋਂ ਗਿਣੀ ਤੇ ਪੈਸੇ ਮੇਰੇ, ਉਹੀ ਝੋਲੀ ਮੇਰੀ ਸੀ, ਤਾਂ ਮੇਰੇ ਕਰਮ ਜਾਗੇ, ਮੇਰੇ ਭਾਗ ਜਾਗੇ ਮਨਾ। ਇਹ ਬੰਦਾ ਤੇ ਸਵੇਰ ਦਾ ਗੇੜੇ ਮਾਰਦਾ ਪਿਆ, ਤਾਂ ਮੈਂ ਉਹਨੂੰ ਘੁੱਟ ਕੇ ਗਲ ਵਕੜੀ 'ਚ ਪਾ ਲਿਆ ਵੀ ਤੂੰ ਭਗਵਾਨ, ਤੂੰ ਪਰਮੇਸ਼ਰ ਆ, ਤੇ ਹੁਣ ਤੂੰ ਚੱਲਿਆ ਕਿੱਥੇ ਆ, ਮੈਨੂੰ ਦਰਸ਼ਨ ਦੇ ਕੇ ਜਾ, ਜੇ ਹੁਣ ਇੱਥੋਂ ਤੱਕ ਆ ਗਿਆ ਹੈ। ਤਾਂ ਉਹ ਸੱਜਣ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਆਖਿਆ ਸੀ ਲੋਭ ਤਾਂ ਨਾ ਕਰੇਗਾ, ਹੋਰ ਕੁਛ ਤਾਂ ਨਾ ਮੰਗੇਗਾ, ਲਾਲਚ ਨਾ ਕਰੇਗਾ। ਤਾਂ ਕਹਿੰਦੇ ਜਦੋਂ ਉਹਨੇ ਆਪਣੇ ਪ੍ਰਤੱਖ ਸਰੂਪ ਦੇ ਵਿੱਚ ਆਪਣਾ ਅਸਲੀ ਸਰੂਪ ਪ੍ਰਗਟ ਕੀਤਾ ਤਾਂ ਮੈਂ ਉਹ ਝਲਕਾਰਾ ਝੱਲ ਨਹੀਂ ਸਕਿਆ ਪਰਮੇਸ਼ਰ ਦਾ। ਮੈਂ ਬੇਹੋਸ਼ ਹੋ ਕੇ ਡਿੱਗ ਪਿਆ, ਮੈਨੂੰ ਨਹੀਂ ਸੁਰਤ ਰਹੀ। ਪਰ ਉਹ ਜਿਹੜਾ ਚਿਹਰਾ ਨਾ, ਜਦੋਂ 1 ਸਕਿੰਟ ਵੀ ਮੈਂ ਵੇਖਿਆ ਵਾ, ਉਹਦਾ ਨਸ਼ਾ ਮੈਨੂੰ ਇੰਨਾ ਰਹਿੰਦਾ ਵਾ ਕਿ ਮੇਰੀ ਸੁਰਤੀ ਬਿਰਤੀ ਉਹਦੇ ਵਿੱਚ ਲੀਨ ਰਹਿੰਦੀ। ਉਹਦੇ ਬਾਅਦ ਘਰੇ ਆਇਆ ਵਾਪਸ, ਬੱਚਿਆਂ ਨੂੰ ਜਾਇਦਾਦ ਵੰਡੀ, ਪਰਿਵਾਰ ਨੂੰ ਆਖਿਆ ਵੀ ਤੁਸੀਂ ਮੇਰੇ ਲਈ ਮਰੇ ਤੇ ਮੈਂ ਤੁਹਾਡੇ ਲਈ ਮਰਿਆ, ਨਾ ਮੇਰਾ ਤੁਹਾਡੇ ਨਾਲ ਲੈਣਾ ਦੇਣਾ ਹੁਣ, ਤੇ ਮੈਂ ਸਾਰਾ ਕੁਝ ਛੱਡ ਕੇ ਹੁਣ ਇਹ ਕੰਮ ਕਰਦਾ ਵਾਂ ਵੀ 2 ਪੈਸਿਆਂ ਦਾ ਪਾਠ ਪੂਜਾ ਕਰ ਦਿੰਦਾ ਜਿੰਨੇ ਕਰਾਉਣੀ ਹੋਵੇ, ਇਹ ਤੋਂ ਵੱਧ ਨਹੀਂ, ਉਹਦੇ ਨਾਲ ਗੁਜ਼ਾਰਾ ਕਰਨਾ। ਤੇ ਸੰਤ ਜੀ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਚਿਹਰੇ 'ਚੋਂ ਮੈਨੂੰ ਭਗਵਾਨ ਦਾ ਚਿਹਰਾ ਦਿਖਦਾ, ਉਹ ਝਲਕਾਰਾ ਵੱਜਦਾ। ਇਸ ਕਰਕੇ ਮੈਂ ਆਪ ਜੀ ਦੇ ਚਿਹਰੇ ਨੂੰ ਵੇਖ ਕੇ ਮਸਤ ਹੋਇਆ ਰਹਿੰਦਾ ਹਾਂ, ਤੇ ਮੈਨੂੰ ਵਾਹਿਗੁਰੂ ਦੇ ਜਿਹੜੇ ਦਰਸ਼ਨਾਂ ਦਾ ਨਸ਼ਾ ਵਾ, ਉਹ ਬੜੀ ਨਸ਼ੀਲੀ ਸ਼ਰਾਬ ਵਾਂਗ ਉਦੋਂ ਦਾ ਚੜ੍ਹਿਆ ਰਹਿੰਦਾ ਹੈ, ਤੇ ਉਸ ਦਰਸ਼ਨ ਦੇ ਵਿੱਚ ਮੈਂ ਮਸਤ ਰਹਿੰਦਾ। ਇਸ ਕਰਕੇ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਵਾਹਿਗੁਰੂ ਜੀ, ਆਪ ਜੀ ਦਾ ਵੈਸੇ ਕੋਈ ਰੂਪ ਆਕਾਰ ਨਹੀਂ, ਆ ਰੂਪ ਤੋਂ ਆ ਰਹਿਤ ਹੋ, ਪਰ ਜੇ ਆ ਦਾ ਅਰਥ ਵਿਸ਼ੇਸ਼ ਕਰਕੇ ਕਰ ਦਈਏ, ਵਿਸ਼ੇਸ਼ ਕਰਕੇ ਆਪ ਜੀ ਦਾ ਰੂਪ ਕੌਣ ਨੇ, ਤਾਂ ਉਹ ਪਰਮੇਸ਼ਰ ਦੇ ਪਿਆਰੇ ਹਨ। ਉਹ ਕੌਣ ਨੇ? ਗੁਰੂ ਸਾਹਿਬ ਨੇ। ਗੁਰ ਗੋਬਿੰਦ ਗੋਪਾਲ ਗੁਰ ਪੂਰਨ ਨਾਰਾਇਣ ਹੈ। ਤਾਂ ਐਸੇ ਸਤਿਗੁਰੂ ਸਰੂਪ ਨੇ, ਜਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਖਾਲਸਾ ਮੇਰੋ ਰੂਪ ਹੈ ਖਾਸ। ਤਾਂ ਐਸੇ ਸਰੂਪ ਨੂੰ ਸੱਚੇ ਪਾਤਸ਼ਾਹ ਯਾਦ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਕਰਦੇ ਹਨ। ਅਨੂਪ ਹੈ ਹੇ ਸੱਚੇ ਪਾਤਸ਼ਾਹ, ਅਨੂਪ ਦਾ ਅਰਥ ਹੁੰਦਾ ਹੈ ਕਿ ਪੂਰੀ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ। ਅਨਊਪ, ਅਨਰਹਿਤ ਹੋ ਉਪਮਾ ਤੋਂ ਭਾਵ ਆਪ ਜੀ ਦੀ ਉਪਮਾ ਦਾ, ਆਪ ਜੀ ਦੀ ਬਰਕਤ ਦਾ, ਦਾਤਾਂ ਦਾ, ਸ਼ਕਤੀ ਦਾ, ਕਰਮ ਦਾ, ਦਫ਼ਤਰ ਦਾ, ਲੇਖੇ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਤੇਰੇ ਦਾਨੇ ਕੀਮਤ ਨਾ ਪਵੇ, ਤੇਰੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਹੈ। ਤਾਂ ਹੇ ਸੱਚੇ ਪਾਤਸ਼ਾਹ, ਆਪ ਜੀ ਦੀ ਉਪਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਸੱਚੇ ਪਾਤਸ਼ਾਹ ਫਰਮਾਉਂਦੇ, ਅੰਤ ਨਾ ਸਿਵਤੀ ਕਹਿਣ ਦਾ ਅੰਤ, ਜਾਂ ਕਥਨਾ ਕਥੀ ਨਾ ਆਵੈ ਤੋਟ, ਕਥ ਕਥੀ ਕੋਟੀ ਕੋਟ। ਹੇ ਵਾਹਿਗੁਰੂ ਜੀ, ਆਪ ਜੀ ਉਪਮਾ ਤੋਂ ਰਹਿਤ ਹੋ। ਅਜੂ ਹੈ
ਤਾਂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੂ ਤੋਂ ਭਾਵ ਹੁੰਦਾ ਹੈ ਜਨਮ, ਜਾਂ ਜੂ ਤੋਂ ਭਾਵ ਪੰਜਾਬੀ ਦੇ ਵਿੱਚ ਜਿਹਨੂੰ ਜੂ ਕਹਿ ਦਿੰਦੇ ਨਾ, ਜੂ ਹੱਦਬੰਦੀ, ਵੀ ਸਾਡੇ ਪਿੰਡ ਦੀ ਜੂ ਇੱਥੋਂ ਤੱਕ ਹੈ, ਹੱਦਬੰਦੀ। ਅਜੂ ਪਹਿਲਾ ਅਰਥ ਕੀ ਮਹਾਤਮਾ ਮਹਾਂਪੁਰਸ਼ ਕਰਦੇ ਨੇ ਵੀ ਜਨਮ ਤੋਂ ਆਪ ਜੀ ਰਹਿਤ ਹੋ, ਜੰਮਣ ਮਰਨ ਦੇ ਵਿੱਚ ਆਉਣ ਵਾਲੇ ਨਹੀਂ, ਜਾਂ ਜੂ ਹੱਦਬੰਦੀ ਤੋਂ ਰਹਿਤ ਹੋ, ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ। ਭੂ ਤੋਂ ਭਾਵ ਹੁੰਦਾ ਹੈ ਪ੍ਰਿਥਵੀ ਤੋਂ ਪੈਦਾ ਹੋਣ ਵਾਲਾ। ਤੱਤਾਂ ਤੋਂ ਭਾਵ ਅਰਥ ਕੀ ਲੈਣਾ ਕਿ ਆਪ ਜੀ ਤੱਤਾਂ ਤੋਂ ਨਹੀਂ ਆਪ ਜੀ ਦਾ ਸਰੀਰ ਬਣਿਆ। ਜਿਵੇਂ ਮਨੁੱਖਾਂ ਦੇ ਸਰੀਰ ਜਾਂ ਜੀਵ ਜੰਤੂਆਂ ਦੇ ਸਰੀਰ ਜਿਹੜੇ ਨੇ ਤੱਤਾਂ ਤੋਂ ਬਣੇ ਨੇ। ਪਾਂਚ ਤੱਤ ਤੇ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਇਸ ਤਰ੍ਹਾਂ ਆਪ ਜੀ ਤੱਤਾਂ ਵਾਲੇ ਸਰੀਰ ਤੋਂ ਰਹਿਤ ਹੋ। ਇਹ ਸਰੀਰ ਧਾਰੀ ਨਹੀਂ ਜਿਵੇਂ ਬਾਹਰਲੇ ਸਰੀਰ ਹੁੰਦੇ ਨੇ। ਜਾਂ ਫਿਰ ਭੂ ਦਾ ਅਰਥ ਹੁੰਦਾ ਹੈ ਪੈਦਾ ਹੋਣਾ, ਹੋਂਦ, ਹੋਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਇਹ ਸੱਚੇ ਪਾਤਸ਼ਾਹ ਆਪ ਜੀ ਜਨਮ ਦੇ ਵਿੱਚ ਨਹੀਂ ਆਉਂਦੇ, ਆਪ ਜੀ ਪੈਦਾ ਨਹੀਂ ਹੁੰਦੇ। ਇਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਅੰਤਰਜਾਮੀ ਜੀ ਦੇ ਨਾਮਾਂ ਦੁਆਰਾ ਉਸ ਦੀ ਉਸਤਤ ਕਰਦੇ ਹਨ। ਲੇਖ ਹੈ ਇਹ ਸੱਚੇ ਪਾਤਸ਼ਾਹ ਆਪ ਜੀ ਲੇਖੇ ਦੇ ਵਿੱਚ ਨਹੀਂ ਆਉਂਦੇ, ਭਾਵ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦੇ। ਨਿਰਭਉ ਸੋ ਸਿਰ ਨਾ ਹੀ ਲੇਖਾ। ਬਾਕੀ ਜਿੰਨਾ ਸੰਸਾਰ ਹੈ ਸਭ ਹਿਸਾਬ ਕਿਤਾਬ ਹੀ ਹੈ। ਲੈਣ ਦੇਣੀਆਂ ਇੱਕ ਬਿਨ ਸਭ ਧੰਦ ਹੈ। ਧੰਦੇ ਦਾ ਅਰਥ ਕੀ ਹੁੰਦਾ? ਲੈਣ ਦੇਣ, ਹਿਸਾਬ ਕਿਤਾਬ ਹੀ ਚੱਲਦਾ ਸਾਰਿਆਂ ਦਾ। ਇੱਕ ਤੋਂ ਬਿਨਾਂ ਸਭ ਲੇਖੇ ਦੇ ਵਿੱਚ ਹੀ ਨੇ। ਪਰ ਆਪ ਲੇਖ ਤੋਂ ਰਹਿਤ ਹੋ। ਤੇ ਜਿਹੜੇ ਆਪ ਜੀ ਦਾ ਨਾਮ ਜਪਦੇ ਨੇ, ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਸੇਵਾ ਸਿਮਰਨ ਜਿਨ੍ਹਾਂ ਪਾਸੋਂ ਆਪ ਕਰਵਾ ਲੈਂਦੇ ਹੋ, ਉਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਨੇ। ਜਿਹੜੇ ਅੰਮ੍ਰਿਤ ਛਕ ਲੈਂਦੇ ਨੇ, ਪੰਜਾਂ ਕਕਾਰਾਂ ਦੀ ਰਹਿਤ ਨਿਤਨੇਮੀ ਨੇ, ਉਹਨਾਂ ਦਾ ਜਨਮ ਜਿਹੜਾ ਹੈ ਉਹ ਸਤਿਗੁਰੂ ਨਿਬੇੜ ਦਿੰਦੇ ਨੇ, ਲੇਖਾ ਸਾਫ਼ ਕਰ ਦਿੰਦੇ ਨੇ, ਜੰਮਣ ਮਰਨ ਤੋਂ ਰਹਿਤ ਕਰ ਦਿੰਦੇ ਹਨ। ਤਾਂ ਗੁਰਬਾਣੀ ਦੇ ਵਿੱਚ ਲਿਖਿਆ ਜਿਹੜੇ ਸੰਤਾਂ ਦਾ ਸੰਗ ਕਰਦੇ ਨੇ ਇਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਨੇ। ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਇਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਹਨ। ਭੇਖ ਹੈ ਆਪ ਜੀ ਦਾ ਕੋਈ ਖਾਸ ਭੇਖ ਨਹੀਂ ਵੀ ਆਹ ਹੀ ਕੱਪੜੇ ਪਾਓਗੇ ਤੇ ਮਿਲਦਾ ਹੈ। ਜਿਹੜਾ ਭੇਖ ਹੈ ਕੱਪੜੇ ਨੇ, ਇਹ ਤਾਂ ਇੱਕ ਪਹਿਚਾਣ ਆ ਵੀ ਇਹ ਕਿਹੜੇ ਫਿਰਕੇ ਦੇ ਨੇ, ਕਿਹੜੇ ਧਰਮ ਦੇ ਨੇ। ਪਰ ਭੇਖ ਦੇ ਨਾਲ ਨਾਲ ਗੁਣ ਹੋਣੇ ਬੜੇ ਜ਼ਰੂਰੀ ਨੇ। ਜੇ ਗੁਣ ਨਹੀਂ, ਜਿਵੇਂ ਮੰਨ ਲਓ ਬਾਣਾ ਹੈ ਤੇ ਜੇ ਬਾਣੀ ਨਹੀਂ ਤੇ ਫਿਰ ਬਾਣੇ ਦਾ ਬਹੁਤਾ ਮਹਾਤਮ ਨਹੀਂ। ਹੋ ਸਕਦਾ ਹੈ ਕਿ ਇਸ ਗੱਲ ਦਾ ਕਈ ਸੱਜਣ ਗੁੱਸਾ ਕਰਨ, ਪਰ ਜੋ ਦਸਵੇਂ ਪਾਤਸ਼ਾਹ ਦੇ ਮੁਤਾਬਕ ਦਾਸ ਕਹਿ ਰਿਹਾ ਹੈ, ਮੇਰੀ ਤੁਛ ਬੁੱਧੀ ਹੈ, ਗੱਲ ਬੜੀ ਵੱਡੀ ਹੈ ਔਰ ਮੂੰਹ ਬੜਾ ਛੋਟਾ ਹੈ, ਕੋਈ ਸੱਜਣ ਗੁੱਸਾ ਕਰ ਲੇ। ਮਹਾਰਾਜ ਰਹਿਤਨਾਮਿਆਂ 'ਚ ਕੀ ਕਹਿੰਦੇ? ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਜਿਵੇਂ ਪੰਛੀ ਜਿਹੜਾ ਹੈ ਉਹ ਇੱਕ ਖੰਭ ਦੇ ਨਾਲ ਨਹੀਂ ਉੱਡ ਸਕਦਾ, ਇੱਦਾਂ ਸਿੱਖ ਦੇ ਵੀ ਦੋ ਖੰਭ ਕੀ ਹੈ ਜੀਵ ਰੂਪ ਸਿੱਖ ਦੇ, ਜੀਵ ਰੂਪ ਪੰਛੀ ਦੇ, ਇੱਕ ਬਾਣੀ ਤੇ ਇੱਕ ਬਾਣਾ। ਕੱਲਾ ਠੋਕ ਕੇ ਦਸਤਾਰ ਬੰਨ੍ਹ ਲਈ, ਸੈਂਟ ਲਾ ਲਏ, ਸਾਰੀ ਦਿਹਾੜੀ ਸ਼ੀਸ਼ੇ ਮੂਹਰੇ ਖਲੋਤਾ ਰਿਹਾ, ਕਿੰਨਾ ਕੁਝ ਸਜਾ ਲਿਆ, ਤੇ ਜੇ ਪੁੱਛਿਆ ਜਪਜੀ ਸਾਹਿਬ ਆਉਂਦਾ ਤੈਨੂੰ? ਨਹੀਂ ਜੀ, ਉਹ ਤੇ ਨਹੀਂ ਆਪਾਂ ਨੂੰ ਆਉਂਦਾ। ਤਾਂ ਮਹਾਰਾਜ ਕਹਿੰਦੇ ਭੇਖ ਜਿਹੜਾ ਫਿਰ ਇਹ ਪਖੰਡੀ ਹੈ। ਤਾਂ ਕਿਸੇ ਭੇਖ ਕਰਕੇ ਨਹੀਂ ਉਹ ਭੇਜਦਾ ਹੈ। ਸਦਾ ਅਭੇਖ ਅਭੇਖੀ ਰਹੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਦੇ ਵਿੱਚ ਵੀ ਲਿਖਦੇ ਨੇ। ਤਾਂ ਖਾਸ ਕੱਪੜੇ ਪਾਉਣ ਦਾ ਨਹੀਂ ਉਹ ਪ੍ਰਾਪਤ ਹੁੰਦਾ, ਕਿਸੇ ਭੇਖ ਦੇ ਅਧੀਨ ਨਹੀਂ ਹੈ, ਰਹਿਤ ਹੈ ਭੇਖਾਂ ਤੋਂ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨਾਮ ਹੈ, ਕੋਈ ਖਾਸ ਉਹਦਾ ਨਾਮ ਨਹੀਂ, ਉਹ ਤਾਂ ਇਨਾਮ ਆ। ਜਿੰਨੇ ਵੀ ਨਾਮ ਉਹਦੇ ਪਏ ਨੇ ਇਹ ਸਿਰਫ ਸਮਝਣ ਵਾਸਤੇ ਆ, ਉਹਦੇ ਸਰੂਪ ਨੂੰ, ਉਹਦੇ ਗੁਣਾਂ ਨੂੰ, ਇਹ ਸੌਖੀ ਸਮਝ ਪੈ ਜੇ।
ਹੁਣ ਸੌਖੀ ਸਮਝ ਪਾਉਣ ਵਾਸਤੇ ਮਹਾਤਮਾ ਨੇ, ਸੰਤਾਂ ਨੇ, ਅਵਤਾਰੀ ਪੁਰਸ਼ਾਂ ਨੇ ਉਹਦੇ ਨਾਮ ਜਿਹੜੇ ਕਿਰਤਮ ਨਾਮ ਜਿਹੜੇ ਨੇ ਉਹ ਰੱਖੇ ਹੋਏ ਨੇ ਕਿ ਸੰਸਾਰ ਨੂੰ ਸਮਝ ਪਵੇ ਤੇ ਸਮਝ ਕੇ ਉਹਦੀ ਪ੍ਰਾਪਤੀ ਕਰ ਲੈਣ। ਵੈਸੇ ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਵੀ ਨਾਮ ਨਹੀਂ ਹੈ, ਉਹ ਨਾਮ ਰੂਪ ਸੰਸਾਰ ਤੋਂ ਰਹਿਤ ਹਨ। ਅਕਾਮ ਹੈ। ਕਾਮ ਕਹਿੰਦੇ ਇੱਛਾ ਨੂੰ, ਕਾਮ ਕਹਿੰਦੇ ਕਾਮਦੇਵ ਨੂੰ, ਕਾਮ ਕਹਿੰਦੇ ਪੰਜਾਬੀ 'ਚ ਕੰਮਕਾਰ ਨੂੰ। ਕਾਮ ਇੱਛਾ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਆ ਕਾਮ ਆ ਰਹਿਤ ਹੈ ਕਾਮ ਇੱਛਾ ਤੋਂ। ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਜਿਹੜੀ ਰਜੋ ਗੁਣ ਕਰਕੇ ਪੈਦਾ ਹੋਵੇ, ਤਮੋ ਗੁਣ ਕਰਕੇ ਪੈਦਾ ਹੋਵੇ ਜਾਂ ਸਤੋ ਗੁਣ ਕਰਕੇ ਪੈਦਾ ਹੋਵੇ। ਜਾਂ ਕਾਮਦੇਵ ਜਿਹਦੀ ਤਾਕਤ ਬਹੁਤ ਜ਼ਿਆਦਾ ਮੰਨੀ ਗਈ ਹੈ। ਜਿਵੇਂ ਭਰਥਰੀ ਜੀ ਕਹਿੰਦੇ ਵੀ ਕਾਮ ਇੰਨਾ ਦੁਖੀ ਕਰਦਾ ਬੰਦੇ ਨੂੰ। ਹੁਣ ਉਹ ਇੱਛਾ ਵੀ ਹੋ ਸਕਦੀ, ਕੋਈ ਵੀ ਹੋ ਸਕਦੀ ਹੈ, ਮਾੜੀ ਵੀ ਚੰਗੀ ਵੀ, ਪਰ ਉਹਨਾਂ ਨੇ ਇੱਥੇ ਕਾਮਦੇਵ ਦੀ ਗੱਲ ਕੀਤੀ। ਭਰਥਰੀ ਜੀ ਵਿਰਾਗ ਸ਼ਤਕ 'ਚ ਬੜਾ ਸੋਹਣਾ ਜ਼ਿਕਰ ਕਰਦੇ, ਕਹਿੰਦੇ ਇੱਕ ਕੁੱਤੇ ਦੇ ਕੀੜੇ ਪਏ, ਪਾਕ ਵਗੇ ਕੀੜੇ ਪਏ ਆ, ਮਰਨ ਵਾਲੀ ਹਾਲਤ ਆ ਉਹਦੀ। ਤੁਰਿਆ ਜਾਂਦਾ ਨਹੀਂ ਆ, ਤੁਰਿਆ ਜਾਂਦਾ ਹਿੱਲੀ ਜਾਂਦਾ ਵਾ। ਪਿਛਲੀਆਂ ਲੱਤਾਂ ਕਿਸੇ ਬੰਨੇ ਨੇ, ਅਗਲੀਆਂ ਲੱਤਾਂ ਕਿਸੇ ਬੰਨੇ ਨੂੰ ਜਾਂਦੀਆਂ ਨੇ। ਐਸੀ ਬੁਰੀ ਹਾਲਤ ਉਹਦੀ। ਪਰ ਜਦੋਂ ਇਹ ਉਹਦੇ ਕੋਈ ਗੁੱਸਾ ਨਾ ਕਰੇ, ਜਦੋਂ ਉਹਦੇ ਲਾਗਿਓਂ ਦੀ ਇੱਕ ਕੁੱਤੀ ਲੰਘੀ, ਉਹ ਵੀ ਉੱਠ ਕੇ ਖਲੋ ਗਿਆ ਤੇ ਪਿੱਛੇ ਤੁਰ ਪਿਆ ਪੂਛ ਹਿਲਾਉਂਦਾ। ਹੁਣ ਭਰਥਰੀ ਕਹਿੰਦਾ ਇਹਨੂੰ ਕਿਹੜਾ ਦੱਸੇ ਵੀ ਆਪਦੀ ਸ਼ਕਲ ਵੇਖੀ ਹੈ, ਵੀ ਕੀੜੇ ਤੇਰੇ ਪਏ ਨੇ, ਕਾਂ ਆਪਣੇ ਪਾਗ ਤੇਰੇ 'ਚ ਵਗਦੀ ਪਈ ਹੈ, ਖੁਰਕਦਾ ਤੂੰ ਖਾਧਾ ਹੋਇਆ ਵਾ। ਇਹ ਹਾਲਾਤ ਨੇ। ਤਾਂ ਕਾਮਦੇਵ ਤੋਂ ਸਤਿਗੁਰੂ ਕਿਰਪਾ ਕਰੇ, ਮਾਨਵਾ ਸਾਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਸਤਿਗੁਰੂ ਜੀ ਤੇ ਕਿਰਪਾ ਕਰ ਦੇਣ। ਇਹ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਭਾਵੜੈ। ਤਾਂ ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਉੱਤੇ ਕਾਮ ਦਾ ਅਸਰ ਨਹੀਂ ਹੈ, ਆਪ ਤਾਂ ਨਿਰਲੇਪ ਰਹਿਣ ਵਾਲੇ ਹੋ। ਤਾਂ ਕਾਮ ਕਹਿੰਦੇ ਕੰਮ ਕਾਜ ਨੂੰ। ਪੰਜਾਬੀ 'ਚ ਜੇ ਅਰਥ ਕਰੀਏ ਕਾਮ ਕੀ ਕੰਮ ਧੰਦੇ, ਤਾਂ ਵਾਹਿਗੁਰੂ ਇਹੋ ਜਿਹੇ ਧੰਦਿਆਂ ਤੋਂ ਰਹਿਤ ਹੈ, ਕੰਮਾਂ ਕਾਰਾਂ ਤੋਂ ਰਹਿਤ ਆ। ਇੱਦਾਂ ਨਹੀਂ ਆ ਵੀ ਉਹਦੀ ਰੋਟੀ ਨਹੀਂ ਚੱਲਣੀ ਜਾਂ ਉਹਦਾ ਕੰਮ ਨਹੀਂ ਚੱਲਣਾ, ਇਹੋ ਜਿਹੀ ਗੱਲ ਨਹੀਂ। ਤਾਂ ਉਹ ਰਹਿਤ ਹੈ ਵਾਹਿਗੁਰੂ, ਉਹਨੂੰ ਅਕਾਮ ਮਹਾਰਾਜ ਕਹਿੰਦੇ ਹਨ। ਅਤੇ ਹੈ ਜਿਹੜਾ ਧੇ ਸ਼ਬਦ ਹੈ, ਧੇ ਇਹ ਅਧਿਸ਼ਠਾਨ ਦਾ ਸੰਖੇਪ। ਪੂਰਾ ਸ਼ਬਦ ਕੀ ਆ? ਅਧਿਸ਼ਠਾਨ। ਉਹਦਾ ਸੰਖੇਪ ਕੀ ਆ? ਸ਼ਾਰਟ ਫਾਰਮ ਕੀ ਆ? ਦੇ ਅਤੇ ਹੈ। ਅਧਿਸ਼ਠਾਨ ਦਾ ਅਰਥ ਕਰਦੇ ਨੇ ਮਹਾਤਮਾ ਆਸਰਾ, ਆਧਾਰ। ਜਿਵੇਂ ਨੀਹਾਂ ਉੱਤੇ ਮਕਾਨ, ਤਾਂ ਨੀਹਾਂ ਕੀ ਹੋ ਗਈਆਂ? ਉਹਦਾ ਅਧਿਸ਼ਠਾਨ, ਉਹਦਾ ਆਸਰਾ ਹੋ ਗਿਆ। ਤਾਂ ਵਾਹਿਗੁਰੂ ਪਰਮੇਸ਼ਰ ਦਾ ਕੋਈ ਆਸਰਾ ਹੈ? ਤਾਂ ਕਹਿੰਦੇ ਨਹੀਂ, ਸਗੋਂ ਉਹ ਸੰਸਾਰ ਦਾ ਆਸਰਾ ਹੈ। ਜਿਹੜੇ ਉਹਦਾ ਨਾਮ ਜਪਦੇ ਨੇ, ਉਹਨਾਂ ਦਾ ਪਾਰ ਉਤਾਰਾ ਕਰਦਾ ਹੈ। ਉਹਦੇ ਤੋਂ ਬਿਨਾਂ ਸੰਸਾਰ ਦੀ ਗਤੀ ਨਹੀਂ, ਸੰਸਾਰ ਚੱਲ ਨਹੀਂ ਪਾਉਂਦਾ ਹੈ। ਤਾਂ ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਆਸਰਾ ਨਹੀਂ। ਤਾਂ ਮਹਾਰਾਜ ਕਹਿੰਦੇ ਅਤੇ ਹੈ ਵੀ ਅਧਿਸ਼ਠਾਨ ਤੋਂ ਰਹਿਤ ਹੈ ਸੱਚੇ ਪਾਤਸ਼ਾਹ। ਸਗੋਂ ਐੜਾ ਵਿਸ਼ੇਸ਼ ਕਰਕੇ ਧੇ ਆਸਰਾ ਹੈ ਸਾਰੇ ਸੰਸਾਰ ਦਾ। ਤਾਂ ਇਸ ਪ੍ਰਕਾਰ ਵੀ ਮਹਾਤਮਾ ਲੋਕ ਜਿਹੜੇ ਹਨ ਉਹ ਅਰਥ ਕਰਦੇ ਹਨ। ਆਪੇ ਹੈ। ਆਪੇ ਭੇਦ ਤੋਂ ਰਹਿਤ ਹੈ, ਭਰਮ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ। ਐਸਾ ਵਾਹਿਗੁਰੂ ਪਰਮੇਸ਼ਰ ਅਜੀਤ ਹੈ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਕੋਈ ਵੀ ਜਿੱਤ ਨਹੀਂ ਸਕਦਾ। ਸਗੋਂ ਜਿਹੜੇ ਪਾਸੇ ਉਹ ਹੋਵੇ ਉਹਦੀ ਜਿੱਤ। ਹੁਣ 10ਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਕੀ ਲਿਖਿਆ ਸੀ, ਜਾਂ ਪਹਾੜੀ ਰਾਜਿਆਂ ਨੇ ਕੀ ਆਖਿਆ ਸੀ, ਜਾਂ ਆਮ ਜਨਤਾ ਨੇ ਜਾਂ ਸੂਝਵਾਨ ਸਿੱਖਾਂ ਨੇ ਕੀ ਆਖਿਆ ਸੀ ਵੀ ਉਹਨਾਂ ਕੋਲੇ ਕਿਲੇ ਆ, ਬਾਦਸ਼ਾਹਤ ਹੈ, ਲੱਖਾਂ ਹੀ ਫੌਜ ਹੈ, ਤੁਹਾਡੇ ਕੋਲੇ ਕੀ ਹੈ? ਦੇਖਣ ਨੂੰ ਤਾਂ ਇਹ ਜਿਹੜੀ ਲੜਾਈ ਹੈ ਇਹ ਬਣਦੀ ਨਹੀਂ, ਕਿਉਂਕਿ ਬਰਾਬਰ ਦੀ ਤਾਕਤ ਨਹੀਂ, ਕੁਝ ਵੀ ਨਹੀਂ। ਤਾਂ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲਈ। ਹਨੇਰੇ ਨੂੰ ਕੋਸਣ ਨਾਲੋਂ ਇੱਕ ਮੋਮਬੱਤੀ ਜਗਾਉਣੀ ਕਿਤੇ ਚੰਗੀ ਹੈ। ਐਵੇਂ ਹਨੇਰੇ ਨੂੰ ਕੋਸੀ ਜਾਓ ਸਾਰੀ ਉਮਰ, ਐ ਨਹੀਂ ਕਰਦੀ ਸਰਕਾਰ,
ਐ ਨਹੀਂ ਕਰਦੀ ਸਰਕਾਰ। ਅੱਜ ਜਿੰਨਾ ਕਿਸਾਨ ਭਾਈਚਾਰਾ ਉੱਥੇ ਦਿੱਲੀ ਬੈਠਾ ਹੈ, ਇਹ ਕਿਹਦੀ ਅਣਖ ਹੈ? ਨਹੀਂ ਤੇ ਸਿੱਖਾਂ ਦੀ ਗਿਣਤੀ ਕੀ ਹੈ ਹਿੰਦੁਸਤਾਨ ਦੇ ਸਾਹਮਣੇ? ਪੂਰੀ ਜਨਤਾ ਦੀ ਜੇ ਜਨਸੰਖਿਆ ਕੀਤੀ ਜਾਵੇ ਤੇ ਸਿੱਖ ਕੀ ਆ? ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਆਟੇ ਵਿੱਚ ਲੂਣ ਦੇ ਬਰਾਬਰ। ਇਹ ਵੀ ਨਹੀਂ ਹੈ। ਪਰ ਜੋ 10ਵੇਂ ਪਾਤਸ਼ਾਹ ਨੇ ਜਾਂ ਗੁਰੂ ਨਾਨਕ ਦੇਵ ਸਾਹਿਬ ਨੇ ਇਹਨਾਂ ਦੇ ਅੰਦਰ ਸਪਿਰਿਟ ਭਰੀ ਹੈ, ਤਾਂ ਸਿਆਣੇ ਬੰਦੇ ਕੀ ਕਹਿੰਦੇ, ਹਨੇਰੇ ਨੂੰ ਨਾ ਕੋਸੀ ਜਾ, ਇਹਦੇ ਨਾਲੋਂ ਇੱਕ ਮੋਮਬੱਤੀ ਜਗਾ। ਕੁਝ ਤੇ ਹਨੇਰਾ ਦੂਰ ਹੋਵੇ, ਹੱਕ ਦੀ ਗੱਲ ਕਰ, ਸੱਚ ਦੀ ਗੱਲ ਕਰ। ਤਾਂ ਸਤਿਗੁਰੂ ਜੀ ਨੂੰ ਪੁੱਛਿਆ ਵੀ ਆਪ ਜੀ ਕੋਲੇ ਕੀ ਆ? ਕਹਿੰਦੇ ਸਾਡੇ ਕੋਲੇ ਵਾਹਿਗੁਰੂ ਆ। ਕਹਿੰਦੇ ਕਿਲੇ ਵੀ ਨਹੀਂ, ਫੌਜ ਵੀ ਨਹੀਂ, ਖਜ਼ਾਨਾ ਵੀ ਨਹੀਂ, ਵਾਹਿਗੁਰੂ ਕੱਲਾ ਕੀ ਕਰੂਗਾ? ਮਹਾਰਾਜ ਕਹਿੰਦੇ ਜਿੱਧਰ ਵਾਹਿਗੁਰੂ ਆ ਉੱਧਰ ਹੀ ਜਿੱਤ ਆ। ਤੇ ਸਾਨੂੰ ਤੇ ਫਤਿਹ ਹੀ ਮਹਾਰਾਜ ਨੇ ਦਿੱਤੀ ਆ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਧਰ ਵਾਹਿਗੁਰੂ ਆ ਉੱਧਰ ਹੀ ਜਿੱਤ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜੀਓ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਹੈ, ਆਪ ਜੀ ਨੂੰ ਕੋਈ ਹਰਾ ਨਹੀਂ ਸਕਦਾ, ਆਪ ਜੀ ਜਿੱਤੇ ਨਹੀਂ ਜਾਂਦੇ ਕਿਸੇ ਵੀ ਤਰ੍ਹਾਂ। ਭੀਤ ਹੈ, ਭੀਤ ਨਿਰਭਉ ਹਨ। ਭੀਤ ਭੇਦ ਤੋਂ, ਕੰਧ ਤੋਂ, ਪਰਦੇ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਤ੍ਰਿਮਾਨ ਹੈ, ਇਹ ਸੱਚੇ ਪਾਤਸ਼ਾਹ ਜੀ ਤ੍ਰਿਮਾਨ। ਆਪ ਜੀ ਨੂੰ ਤਿੰਨੇ ਹੀ ਲੋਕ ਮਾਨ ਮੰਨਦੇ ਨੇ, ਪੂਜਦੇ ਨੇ। ਮਾਨ ਮੈਨੇ ਸਤਿਕਾਰ ਕਰਦੇ ਨੇ। ਕੀ ਮਨੁੱਖ, ਕੀ ਦੇਵਤੇ, ਕੀ ਰਾਖਸ਼, ਕੀ ਤਿੰਨ ਲੋਕ ਸਾਰੇ ਹੀ ਆਪ ਜੀ ਨੂੰ ਮੰਨਦੇ ਨੇ। ਤੇ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਅਰਥ ਵਿਦਵਾਨ ਇੱਦਾਂ ਵੀ ਕਰ ਦਿੰਦੇ ਵੀ ਤ੍ਰੇ ਮੈਨੇ ਤ੍ਰੀ, ਔਰਤ, ਇਸਤਰੀ। ਮਾਨ ਮੈਨੇ ਮੰਨਦੀ ਹੈ। ਉਹ ਕੌਣ? ਹੇ ਵਾਹਿਗੁਰੂ ਜੀ, ਇੱਕ ਤੇਰਾ ਰੂਪ ਇੱਦਾਂ ਦਾ ਸੀ। ਉਹ ਕੌਣ? ਭਗਵਾਨ ਕ੍ਰਿਸ਼ਨ, ਜਿਹਨੂੰ ਸੰਸਾਰ ਦੀ ਹਰ ਇੱਕ ਤ੍ਰੀ ਮਾਨ ਮੰਨਦੀ ਸੀ, ਪੂਜਦੀ ਸੀ। ਇੰਨਾ ਸੋਹਣਾ ਸੀ, ਇੰਨਾ ਮਨ ਨੂੰ ਉਹ ਮੋਹਣ ਵਾਲਾ ਸਰੂਪ ਸੀ। ਤਾਂ ਵਾਹਿਗੁਰੂ ਦੀ ਜਿਹੜੀ ਸੁੰਦਰਤਾ ਹੈ, ਉਹ ਭਾਵੇਂ ਕਿਸੇ ਅਵਤਾਰ 'ਚ ਪ੍ਰਗਟ ਹੋਵੇ, ਉਹਦੀ ਸਿਆਣਪ ਕਿਸੇ ਸਰੀਰ 'ਚ ਪ੍ਰਗਟ ਹੋਵੇ, ਉਹਦੀ ਕਲਾ ਕਿਸੇ ਸਰੀਰ 'ਚ ਆਵੇ, ਤਾਂ ਉਸ ਸੁੰਦਰਤਾ ਨੂੰ, ਸਿਆਣਪ ਨੂੰ ਸਾਰਾ ਸੰਸਾਰ ਫਿਰ ਸਲਾਹੁੰਦਾ ਹੈ, ਮੰਨਦਾ ਹੈ। ਹੁਣ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਅੱਜ ਤੋਂ 551 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਕੱਲ ਆਈ ਕੁੱਤੇ ਮੋਹੀ। ਭਾਈ ਸਾਹਿਬ ਲਿਖਦੇ ਨੇ, ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਅੱਜ ਤੋਂ 551 ਸਾਲ ਪਹਿਲਾਂ ਦੀ ਇਹ ਗੱਲ ਹੈ ਕਿ ਰਾਜੇ ਜਿਹੜੇ ਨੇ ਉਹ ਪਾਪੀ ਹੋ ਚੁੱਕੇ ਨੇ। ਕੀ ਉਹ ਸਿਆਣਪ, ਹੁਣ ਕਿੰਨੀ ਕੁ ਗੁਰੂ ਨਾਨਕ ਦੇਵ ਸਾਹਿਬ 'ਚ ਸਿਆਣਪ ਸੀ? ਅੱਜ ਵੀ ਉਹ ਗੱਲ ਲਾਗੂ ਹੋ ਰਹੀ ਕਿ ਨਹੀਂ? ਉਲਟੀ ਵਾੜ ਖੇਤ ਕੋ ਖਾਈ ਵਾਲੀ ਗੱਲ ਹੋਈ ਕਿ ਨਹੀਂ? ਅੱਜ ਵੀ ਉਹਨਾਂ ਦਾ ਬਚਨ ਸੱਤ ਹੈ। ਤੇ ਸਿੱਖਾਂ ਨੂੰ ਤੇ ਸਿਖਾਇਆ ਹੀ ਇਹ ਜਾਂਦਾ, ਗੁਰਸਿੱਖਾਂ ਨੂੰ, ਕਿ ਸਤਿਗੁਰ ਕੀ ਬਾਣੀ ਸੱਤ ਸੱਤ ਕਰ। ਹੇ ਗੁਰੂ ਕੇ ਸਿੱਖੋ, ਗੁਰੂ ਸਾਹਿਬ ਦੀ ਬਾਣੀ ਨੂੰ ਸੱਤ ਕਰਕੇ ਬੰਨੋ। ਜੋ ਸਤਿਗੁਰੂ ਦੇ ਬਚਨ ਨੇ ਉਹ ਸੱਤ ਨੇ, ਭਾਵੇਂ 500 ਸਾਲ ਹੋ ਜਾਣ, ਭਾਵੇਂ 1000 ਸਾਲ ਹੋ ਜਾਣ, ਕਿਉਂਕਿ ਕਲਯੁਗ ਦਾ ਸੁਭਾਅ ਮਹਾਰਾਜ ਲਿਖ ਗਏ ਨੇ। ਇਹ ਕਲਯੁਗ ਦਾ ਸੁਭਾਅ ਹੀ ਇਦਾਂ ਦਾ ਹੋਵੇਗਾ। ਸੋ ਰਹੋ ਵਿਚਾਰ ਤਾਂ ਤ੍ਰਿਮਾਨ ਹੈ। ਇਹ ਜਿੰਨੀ ਕਲਾ ਹੈ, ਸ਼ਕਤੀ ਹੈ, ਇਹ ਵਾਹਿਗੁਰੂ ਦੀ ਆ, ਕਿਸੇ ਸਰੂਪ 'ਚ ਪ੍ਰਗਟ ਹੋ ਜੇ। ਇੱਕ ਸਰੂਪ ਮੰਨਿਆ ਗਿਆ ਭਗਵਾਨ ਕ੍ਰਿਸ਼ਨ, ਜਿਹਨੂੰ ਹਿੰਦੂ ਧਰਮ ਪੂਜਦਾ ਹੈ ਤੇ ਜਿਹਦਾ ਸਤਿਕਾਰ ਗੁਰਬਾਣੀ ਦੇ ਵਿੱਚ ਵੀ ਆਇਆ। ਧੰਨ ਧੰਨ ਮਾਤਾ ਦੇਵਕੀ, ਜਹਾਂ ਖੇਲੇ ਸ੍ਰੀ ਰਬਈਆ ਪਤੀ। ਜਿਹੜਾ ਵੀ ਨਾਮ ਜਪਣ ਵਾਲਾ ਮਹਾਂਪੁਰਸ਼ ਹੈ, ਉਹਦਾ ਗੁਰਬਾਣੀ ਸਤਿਕਾਰ ਕਰਦੀ, ਉਹ ਕਿਸੇ ਧਰਮ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ। ਕਿਉਂਕਿ ਗੁਰਬਾਣੀ ਕਹਿੰਦੀ ਸਾਂਝ ਕਰੀਜੈ ਗੁਨਾਹ ਕੇਰੀ, ਛਾੜ ਅਵਗਣ ਚੱਲੀਏ। ਤਾਂ ਇਹਨਾਂ ਦੇ ਇੱਕ ਪ੍ਰੇਮੀ ਸੀ ਮਾਧਵ ਦਾਸ ਜੀ। ਉਹ ਜਗਨਨਾਥਪੁਰੀ 'ਚ ਰਹਿੰਦੇ ਸੀ। ਬ੍ਰਿੰਦਾਵਨ ਛੱਡ ਕੇ ਜਗਨਨਾਥਪੁਰੀ ਦੇ ਵਿੱਚ ਆ ਗਏ। ਉਹ ਪਰਮਹੰਸ ਬਿਰਤੀ ਦੇ ਵਿੱਚ ਵਿਚਰਦੇ ਹੁੰਦੇ ਸੀ, ਜਿਹਨੂੰ ਪਰਮਹੰਸ ਬਿਰਤੀ ਕਹਿ ਦਿੰਦੇ ਨਾ, ਉਹਦੇ ਵਿੱਚ ਉਹਨਾਂ ਨੇ ਵਿਚਰਨਾ।
ਜੇ ਕਿਤੇ ਪ੍ਰਸ਼ਾਦਾ ਮਿਲ ਗਿਆ ਛਕ ਲੈਣਾ। ਸਵੇਰੇ ਸਵੇਰੇ ਇੱਕ ਵਾਰੀ ਉਹਨਾਂ ਗੇੜਾ ਜ਼ਰੂਰ ਕੱਢਣਾ। ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਇੱਕ ਗੇੜਾ ਉਹਨਾਂ ਲਾਉਣਾ। ਚਲੋ ਕਿਸੇ ਘਰ ਨੇ ਕੁਝ ਛਕਣ ਨੂੰ ਦੇ ਦੇਣਾ, ਕਿਸੇ ਨੇ ਕੁਝ ਛਕਣ ਨੂੰ ਦੇ ਦੇਣਾ, ਤੇ ਮਸਤ ਰਹਿਣਾ, ਨਾਮ ਸਿਮਰਨ ਦੇ ਵਿੱਚ ਜੁੜੇ ਰਹਿਣਾ। ਇੱਕ ਮਾਈ ਬੜੇ ਉਂਤਰੇ ਸੁਭਾਅ ਦੀ, ਉਹਨਾਂ ਜਦੋਂ ਜਾ ਕੇ ਨਾਰਾਇਣ ਹਰੀ ਦਾ ਹੋਕਾ ਦੇਣਾ ਤਾਂ ਉਹਨੇ ਅੱਗਿਓਂ ਫਿਰ ਬੁੜ ਕਰਨਾ ਸ਼ੁਰੂ ਕਰ ਦੇਣਾ ਵੀ ਵੇਖੋ ਕਿੱਡਾ ਇਹਦਾ ਸਰੀਰ ਆ, ਪਾਵਿਆਂ ਮੰਜੇ ਦੇ ਪਾਵਿਆਂ ਵਰਗੀਆਂ ਇਹਦੀਆਂ ਮੋਟੀਆਂ ਲੱਤਾਂ, ਤੇ ਚੰਗਾ ਭਲਾ ਇਹਦਾ ਸਰੀਰ ਆ, ਵੀ ਇਹਦੇ ਹੱਥ ਟੁੱਟੇ ਆ, ਵੀ ਜਿਹੜਾ ਇਹ ਤੋਂ ਕੰਮ ਨਹੀਂ ਹੁੰਦਾ, ਸਵੇਰੇ ਸਵੇਰੇ ਮੰਗਣ ਆ ਜਾਂਦਾ ਹੈ। ਪਰ ਉਹਨਾਂ ਸੰਤਾਂ ਨੇ ਅੱਗਿਓਂ ਕੁਝ ਨਾ ਬੋਲਣ, ਉਹਨਾਂ ਮਸਤ ਰਹਿਣਾ, ਖੁਸ਼ ਰਹਿਣਾ। ਕਈ ਸਿਆਣੇ ਸਾਧੂਆਂ ਨੇ ਆਖਿਆ, ਮਹਾਰਾਜ ਤੁਸੀਂ ਉਹ ਮਾਈ ਦੇ ਕਿਉਂ ਜਾਂਦੇ ਆ? ਉਹ ਕਹਿੰਦੇ ਵੀ ਉਹ ਮਾਈ ਮੈਨੂੰ ਉਹ ਚੀਜ਼ ਦਿੰਦੀ ਜਿਹੜੀ ਸਾਰੀ ਦੁਨੀਆ ਨਹੀਂ ਦਿੰਦੀ। ਕਹਿੰਦੇ ਉਹ ਕੀ? ਕਹਿੰਦੇ ਗਾਲਾਂ। ਬਾਕੀ ਤੇ ਸਾਰੇ ਸੰਤ ਜੀ ਕਰਦੇ ਰਹਿੰਦੇ, ਪਰ ਇੱਕੋ ਇੱਕ ਉਹ ਮਾਈ ਆ ਵੀ ਜਿਹੜੀ ਗਾਲ ਦਿੰਦੀ ਆ ਮੈਨੂੰ। ਕਿੱਡੇ ਕਿੱਡੇ ਮਹਾਤਮਾ ਹੋਏ ਹੋਣਗੇ ਸਿੱਖ ਧਰਮ ਦੇ ਵਿੱਚ। ਅੱਜ ਕੱਲ੍ਹ ਤੇ ਹੋੜ ਲੱਗੀ ਆ ਨਾ ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਸ਼੍ਰੀਮਾਨ 108 ਦੀ, ਤੇ ਮਰਨ ਤੋਂ ਬਾਅਦ ਤੇ ਸਾਰੇ ਹੀ ਬ੍ਰਹਮ ਗਿਆਨੀ ਬਣਾ ਦਿੰਦੇ। ਪਰ ਕੁਝ ਸੰਤ ਇੱਦਾਂ ਦੇ ਵੀ ਹੋਏ ਸਿੱਖ ਧਰਮ ਦੇ ਵਿੱਚ, ਜਿਵੇਂ ਸੰਤ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 72 ਸਾਲ ਗੁਰਬਾਣੀ ਦਾ ਨਿਸ਼ਕਾਮ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਤਾ। ਉਹਨਾਂ ਨੇ ਇੱਕ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਕਰਾਇਆ। ਕਈ ਕਹਿ ਦਿੰਦੇ ਨਾ ਜੀ ਤੁਸੀਂ ਅਖੰਡ ਪਾਠ ਹੁਣ ਚਲਾ ਲਏ ਆ, ਇਹ ਬਾਬਾ ਸ਼ਾਮ ਸਿੰਘ ਜੀ ਦੇ ਵੇਲੇ ਦੀ ਗੱਲ ਹੈ। ਉਹਨਾਂ ਨੇ ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਵਾਇਆ। ਹੁਣ ਕਿਸੇ ਦੀ ਇੱਛਾ ਹੁੰਦੀ ਹੈ ਦੁੱਧ ਪੁੱਤ ਦੀ, ਕਿਸੇ ਦੀ ਪੈਸੇ ਦੀ ਇੱਛਾ ਹੁੰਦੀ ਹੈ, ਕਿਸੇ ਦੀ ਰੋਗ ਦੀ ਅਰਦਾਸ ਹੁੰਦੀ ਹੈ, ਕਿਸੇ ਦੀ ਕੁਝ, ਕਿਸੇ ਦੀ ਕੁਝ, ਕਿਸੇ ਦੀ ਕੁਝ। ਤੇ ਜਦੋਂ ਉਹਨਾਂ ਦੀ ਅਰਦਾਸ ਲਿਖਣੀ ਸੀ, ਕਹਿੰਦੇ ਜੀ ਅਰਦਾਸ ਕੀ ਕਰਨੀ ਆ? ਤਾਂ ਕਹਿੰਦੇ ਵੀ ਅਰਦਾਸ ਇਹ ਕਰਨੀ ਹੈ ਕਿ ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਤੇਰੇ ਦਰ ਤੇ ਸੇਵਾ ਕਰਦਿਆਂ ਮੈਨੂੰ ਸੰਤ ਨਾਮ ਦੇ ਨਾਲ ਬੁਲਾਇਆ ਗਿਆ, ਬਾਬਾ ਨਾਂ ਦੇ ਨਾਲ ਬੁਲਾਇਆ ਗਿਆ, ਪਰ ਮੈਂ ਇਹਨਾਂ ਦੇ ਲਾਇਕ ਨਹੀਂ। ਸੰਤ ਸ਼ਬਦ ਤੇ ਬਾਬਾ ਸ਼ਬਦ ਦੇ ਲਾਇਕ ਨਹੀਂ, ਬ੍ਰਹਮ ਗਿਆਨੀ ਸ਼ਬਦ ਦੇ ਲਾਇਕ ਨਹੀਂ। ਆਪਸ ਕੋ ਜੋ ਜਾਣੇ ਨੀਚਾ ਸੂ ਗਨੀਏ ਸਭ ਤੇ ਉੱਚ। ਤੇ ਮੇਰੀ ਅਰਦਾਸ ਇਹ ਕਰੋ ਵੀ ਮੈਨੂੰ ਅੱਜ ਤੋਂ ਬਾਅਦ ਇਹਨਾਂ ਨਾਵਾਂ ਨਾਲ ਕੋਈ ਬੁਲਾਵੇ ਨਾ। ਮੈਨੂੰ ਗੁਰੂ ਰਾਮਦਾਸ ਸਾਹਿਬ ਦਾ ਦਾਸ ਕਹੋ, ਗੁਲਾਮ ਕਹੋ, ਕੂਕਰ ਕਹੋ, ਪਰ ਇਹ ਸ਼ਬਦਾਂ ਨਾਲ ਨਾ ਬੁਲਾਇਆ ਜਾਵੇ। ਦੁਨੀਆ 'ਚ ਇੱਕ ਅਖੰਡ ਪਾਠ ਇੱਦਾਂ ਦਾ ਹੋਇਆ ਜਿਹ 'ਚ ਆਖਿਆ ਗਿਆ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਜਿਵੇਂ ਕਬੀਰ ਸਾਹਿਬ, ਜਾਂ ਕਬੀਰ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਕਬੀਰ ਸਾਹਿਬ ਕਹਿੰਦੇ ਵੀ ਹੁਣ ਇਹ ਕਿੱਡੀ ਵੱਡੀ ਗੱਲ ਹੈ। ਸ਼੍ਰੀਮਾਨ ਭਗਤ ਕਬੀਰ ਸਾਹਿਬ, ਬ੍ਰਹਮ ਗਿਆਨੀ ਕਬੀਰ ਸਾਹਿਬ ਰੱਬ ਦਾ ਰੂਪ, ਪਰ ਕਹਿੰਦੇ ਮੈਂ ਤੇ ਰਾਮ ਦਾ ਕੁੱਤਾ ਹਾਂ ਤੇ ਮੋਤੀ ਮੇਰਾ ਨਾਂ ਹੈ। ਇਹ ਗੱਲ ਦੇ ਵਿੱਚ ਉਹਦੀ ਹੁਕਮ ਰੂਪੀ ਰੱਸੀ ਹੈ, ਜਿੱਧਰ ਨੂੰ ਉਹ ਪ੍ਰੇਰਨਾ ਦਿੰਦਾ ਉਧਰ ਨੂੰ ਤੁਰੇ ਜਾਂਦੇ, ਜਿਵੇਂ ਉਹ ਕਰਾਉਂਦਾ ਕਰਦੇ। ਤਾਂ ਇਹ ਜਿਹੜਾ ਸੰਤ ਮਾਧਵ ਦਾਸ ਸੀ, ਇਹ ਪੂਰਨ ਸੰਤ ਸੀ। ਇਹ ਪੂਰੇ ਸੰਤਾਂ ਦੀ ਨਿਸ਼ਾਨੀ ਆ ਕਿ ਉਹ ਆਪਣੇ ਆਪ ਨੂੰ ਕੋਈ ਵੱਡਾ ਬਣਾ ਕੇ ਰਾਜੀ ਨਹੀਂ ਹੁੰਦੇ, ਜਿਹੜੇ ਪੂਰੇ ਸੰਤ ਹੁੰਦੇ। ਤਾਂ ਹੋਇਆ ਕਿ ਸੰਤ ਮਾਧਵ ਦਾਸ ਕਹਿੰਦੇ ਇਹ ਤਾਂ ਮੈਨੂੰ ਉਹ ਚੀਜ਼ ਦਿੰਦੀ ਜਿਹੜੀ ਕੋਈ ਵੀ ਨਹੀਂ ਦਿੰਦੀ। ਕੋਈ ਖੀਰ ਦਿੰਦਾ, ਕੋਈ ਰੋਟੀ ਦਿੰਦਾ, ਕੋਈ ਸਾਗ ਦਿੰਦਾ, ਕੋਈ ਦੁੱਧ ਦਿੰਦਾ, ਇਹ ਮੈਨੂੰ ਗਾਲ ਦਿੰਦੀ ਹੈ। ਇਹਦੇ ਜਾਣਾ ਮੈਂ ਕਿਉਂ ਛੱਡਾਂ? ਇੱਕ ਦਿਨ ਦੀ ਗੱਲ ਹੈ, ਸੰਤ ਮਾਧਵ ਦਾਸ ਜੀ ਫੇਰ ਜਾ ਕੇ ਉਹਦੇ ਘਰ ਦੇ ਮੂਹਰੇ ਜਾਣ ਕੇ ਕਿਹਾ, ਨਾਰਾਇਣ ਹਰੀ। ਉਹ ਕਿਤੇ ਪੋਚਾ ਲਾਉਂਦੀ ਸੀ, ਤੇ ਜਗਨਨਾਥਪੁਰੀ ਦੀ ਭਾਸ਼ਾ 'ਚ ਨਾ ਪੋਚਾ ਆਪਣੇ ਪੰਜਾਬੀ 'ਚ ਕਹਿੰਦੇ, ਉੱਥੇ ਕਹਿੰਦੇ ਪੋਤਾ ਤੱਤੇ ਦੇ ਨਾਲ। ਉਹ ਪੋਚਾ ਲਾਉਂਦੀ ਸੀ, ਸੜੀ ਬਲੀ। ਗੱਲ ਕੀ ਹੋਈ ਵੀ ਉਹਦੇ ਮੁੰਡੇ ਦਾ ਵਿਆਹ ਹੋ ਗਿਆ, ਪਰ ਉਹਦੇ ਪੋਤਰਾ ਨਾ ਹੋਇਆ। ਉਹਨੇ ਖਿਜੀ ਨੇ ਪੋਚਾ ਵਗਾ ਕੇ ਮਾਰਿਆ ਤੇ ਸੰਤਾਂ ਦੀ ਛਾਤੀ ਤੇ ਵੱਜਾ, ਤੇ ਸੰਤ ਹੱਸ ਪਏ। ਤੇ ਉਹਨਾਂ ਨੇ ਕੀ ਕਿਹਾ? ਕਹਿੰਦੇ ਸੰਤ ਮਾਧਵ ਦਾਸ ਉੱਤਰ ਇसी का देगा, अगर पोता दिया है तूने, पोता मैंने पोचा, ते पोते का मतलब पोतरा, तो पोता ही तुझे मिलेगा।
ਜੇ ਤੂੰ ਮੈਨੂੰ ਪੋਤਾ ਦਿੱਤਾ ਵਾ ਤੇ ਜਾ ਮਹਾਰਾਜ ਕਿਰਪਾ ਕਰੂ ਤੈਨੂੰ ਪੋਤਾ ਹੀ ਦਊਂਗਾ। ਉਹਦੇ ਪੋਤਰਾ ਹੋਇਆ ਜੀ। ਹੁਣ ਵੇਖੋ ਸੰਤ ਦੀ ਬਰਕਤ, ਸੰਤ ਦੀ ਤਾਕਤ। ਪੋਚਾ ਕਿੰਨਾ ਗੰਦਾ ਹੁੰਦਾ ਹੈ, ਕੂੜੇ ਕਰਕਟ ਨਾਲ ਭਰਿਆ, ਉਹ ਸੰਤ ਦੇ ਮਾਰਿਆ ਘਰ 'ਚ ਪੋਚਾ ਲਾਉਂਦੀ ਸੀ। ਤੇ ਜਗਨਨਾਥਪੁਰੀ ਦੀ ਭਾਸ਼ਾ 'ਚ ਪੋਚਾ ਨੂੰ ਪੋਤਾ ਕਹਿੰਦੇ ਆ। ਜੇ ਤੂੰ ਪੋਤਾ ਮੇਰੇ ਮਾਰਿਆ ਤੇ ਜਾ ਤੈਨੂੰ ਰੱਬ ਪੋਤਾ ਹੀ ਦਊਗਾ। ਫਿਰ ਉਹਦੇ ਫਿਰ ਪੋਤਰਾ ਹੋਇਆ। ਤੇ ਉਹ ਫਿਰ ਜਦੋਂ ਉਹਨੇ ਬਹਿਣਾ ਆਪਦੀਆਂ ਸਹੇਲੀਆਂ 'ਚ ਜਾਂ ਮਾਈਆਂ ਦੇ ਵਿੱਚ, ਸਿਆਣੀਆਂ ਮਾਈਆਂ 'ਚ ਬਹਿਣਾ, ਤਾਂ ਉਹਨੇ ਫਿਰ ਇੱਕ ਰੋਸ ਕਰਨਾ ਆਪਦੇ ਨਾਲ, ਦਿਲ ਨੂੰ ਥੋੜ੍ਹਾ ਜਿਹਾ ਦੁਖੀ ਵੀ ਕਰਨਾ ਵੀ ਮੇਰੇ ਤੋਂ ਗਲਤੀ ਹੋਈ। ਕਿਉਂ ਗਲਤੀ ਹੋਈ? ਉਹਨੇ ਕਹਿਣਾ ਪੋਤਾ ਦੀਆ ਨਾ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ। ਪੋਤਾ ਪ੍ਰੇਮ ਨਾਲ ਨਹੀਂ ਦਿੱਤਾ, ਜਿਹੜਾ ਪੋਚਾ ਸੀ ਨਾ ਖਿੱਚ ਕੇ ਮਾਰਿਆ ਸਾਧ ਦੇ। ਪੋਤਾ ਦਿਓ ਨਾ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ, ਗੁੱਸੇ ਨਾਲ ਮਾਰਿਆ। ਐਸੇ ਪੁੰਨਿਅਨ ਸੋ ਸਖੀ ਮੇਰੇ ਪੋਤਾ ਖੇਲਤ ਦਵਾਰ। ਇਸ ਪੁੰਨ ਕਰਕੇ ਮੇਰੇ ਪੋਤਰਾ ਹੋਇਆ ਜਿਹੜਾ ਅੱਜ ਖੇਡਦਾ ਪਿਆ ਹੈ। ਜੇ ਕਿਤੇ ਜੋ ਮੈਂ ਐਸੇ ਸੰਤ ਕੋ ਦੇਤੀ ਪ੍ਰੇਮ ਪ੍ਰਸਾਦ ਤੋ ਘਰ ਮੇਰੇ ਉਪਜਦੇ ਜੈਸੇ ਧਰੂ ਪ੍ਰਹਿਲਾਦ। ਜੇ ਕਿਤੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੁੰਦੀ ਤੇ ਧਰੂ ਤੇ ਪ੍ਰਹਿਲਾਦ ਵਰਗਾ ਪੋਤਰਾ ਮੇਰੇ ਜੰਮਦਾ। ਹੁਣ ਸੰਤ ਦਾ ਸੰਗ ਕਿੱਦਾਂ ਜੀਵਨ ਬਦਲ ਦਿੰਦਾ ਜੀ। ਉਹ ਪੋਚਾ ਜਿਹੜਾ ਕੂੜੇ ਕਰਕਟ ਨਾਲ ਭਰਿਆ, ਗੰਦਗੀ ਨਾਲ ਭਰਿਆ, ਉਹ ਸੰਤ ਨੇ ਜਾ ਕੇ ਧੋਤਾ। ਸਾਧੂ ਦਾ ਸੰਗ ਵੇਖੋ ਜ਼ਿੰਦਗੀ ਕਿੱਦਾਂ ਬਦਲ ਦਿੰਦਾ ਹੈ। ਤਾਂ ਉਹਨੂੰ ਧੋ ਕੇ ਉਹਨੂੰ ਜੋਤ ਦੇ ਵਿੱਚ ਲਾ ਕੇ ਜਗਾਇਆ ਗਿਆ। ਤੇ ਉਹ ਜਿਹੜਾ ਮਾਈ ਦਾ ਪੋਤਰਾ ਸੀ, ਉਹਨੇ ਇਹ ਤੁਕ ਪੜ੍ਹਨੀ, ਧਨ ਹੈ ਸਤ ਪੁਰਸ਼ੋਂ ਕਾ ਸੰਗ ਬਦਲ ਦੇਤਾ ਜੀਵਨ ਕਾ ਰੰਗ। ਜਲ ਮੈਂ ਧੋ ਕਰ ਸਾਫ ਕੀਆ ਫਿਰ तीना घृत में डार। किसी तरह हर मंदिर पहुंचा देखा ठाकुर द्वार। ਉਹ ਜਿਹੜਾ ਪੋਚਾ ਸੀ ਉਹਨੂੰ ਸੰਤ ਨੇ ਧੋਤਾ, ਉਹਦੀਆਂ ਵੱਟੀਆਂ ਬਣਾਈਆਂ ਤੇ ਉਹ ਫਿਰ ਜੋਤ ਦੇ ਕੰਮ ਆਇਆ। ਪੋਚੇ ਦੀ ਕਹਿੰਦੇ ਜ਼ਿੰਦਗੀ ਇੱਕ ਸੰਤ ਨੇ ਬਦਲ ਦਿੱਤੀ, ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ। ਗੱਲ ਕਰ ਜਾ ਰਹੇ ਹਾਂ ਭਗਵਾਨ ਕ੍ਰਿਸ਼ਨ ਦੀ। ਰੱਬ ਦਾ ਇੱਕ ਇਦਾਂ ਦਾ ਰੂਪ ਹੈ। ਤਾਂ ਹੋਇਆ ਕਿ ਇਹਨਾਂ ਦਾ ਸਖਾ ਭਾਵ ਸੀ। ਭਗਤੀ 9 ਤਰ੍ਹਾਂ ਦੀ ਮੰਨੀ ਨਾ। ਇੱਕ ਸਖਾ ਮੈਨੇ, ਜਿਵੇਂ ਆਪਾਂ ਯਾਰੀ ਪਾਉਣੇ ਇੱਕ ਦੂਜੇ ਨਾਲ, ਮਿੱਤਰਤਾ ਕਰਦੇ ਬੱਚੇ, ਇਹ ਸਖਾ ਭਾਵ ਦੀ ਭਗਤੀ ਕਰਦੇ ਸੀ ਕਿ ਪਰਮਾਤਮਾ ਮੇਰਾ ਸੱਜਣ ਮਿੱਤਰ ਆ। ਭਗਵਾਨ ਕਹਿੰਦੇ ਪਰਖ ਹੋਊਗੀ। ਕਹਿੰਦੇ ਜੀ ਕੋਈ ਨਹੀਂ। ਤਾਂ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਇਹਨਾਂ ਸਾਹਮਣੇ ਪ੍ਰਗਟ ਹੋ ਜਾਂਦੇ ਸੀ ਬੱਚਿਆਂ ਵਾਲੇ ਰੂਪ 'ਚ। ਕਿਉਂ? ਜਿਹੜੇ ਸਰੂਪ 'ਚ ਉਹ ਭਗਤੀ ਕਰਦੇ ਸੀ। ਤਾਂ ਭਗਵਾਨ ਕ੍ਰਿਸ਼ਨ ਬੜੇ ਉਦਾਸ, ਬਹੁਤ ਦੁਖੀ, ਜਿਵੇਂ ਜ਼ਿੰਦਗੀ ਤੋਂ ਤੰਗ ਆਏ ਹੋਣ। ਤੇ ਸੰਤ ਮਾਧਵ ਦਾਸ ਸੰਤ ਸੀ, ਭਗਤ ਸੀ। ਉਹਨੇ ਵੇਖਿਆ ਵੀ ਮੇਰਾ ਸੱਜਣ, ਮੇਰਾ ਭਗਵਾਨ, ਕਿਉਂ ਸਖਾ ਭਗਤੀ ਕਰਦੇ ਸੀ, ਸਖਾ ਭਾਵ ਰੱਖਦੇ ਸੀ। ਤਾਂ ਕਹਿੰਦੇ ਮਹਾਰਾਜ ਤੁਸੀਂ ਦੁਖੀ ਕਿਉਂ? ਕਹਿੰਦੇ ਨਾ ਪੁੱਛ ਕੁਝ। ਨਹੀਂ ਦੱਸੋ ਫੇਰ ਵੀ ਤੁਸੀਂ ਦੁਖੀ ਕਿਉਂ ਆ? ਕਹਿੰਦੇ ਨਾ ਪੁੱਛ। ਨਹੀਂ, ਕਹਿੰਦਾ ਮੈਨੂੰ ਜ਼ਰੂਰ ਦੱਸੋ। ਹੱਸ ਕੇ ਕਹਿਣ ਲੱਗੇ ਕੀ ਦੱਸਾਂ ਤੈਨੂੰ, ਜਦੋਂ ਦਾ ਬ੍ਰਿੰਦਾਬਨ ਛੱਡ ਕੇ ਜਗਨਨਾਥਪੁਰੀ ਆਏ ਆ ਨਾ, ਚੋਰੀ ਨਹੀਂ ਕਦੀ ਕੀਤੀ। ਤੇ ਸੰਤ ਮਾਧਵ ਦਾਸ ਜੀ ਕਹਿੰਦਾ ਹੁਣ ਤੇ ਤੁਸੀਂ ਜਵਾਨ ਹੋ ਗਏ ਹੋ, ਚੋਰੀ ਕੀਤਿਆਂ ਦੇ ਕੁੱਟ ਬੜੀ ਪੈਣੀ ਆ, ਡਾਂਗ ਬੜੀ ਫਿਰਨੀ ਆ। ਤੇ ਕਹਿਣ ਲੱਗੇ ਜੀ ਹਾਂ। ਹੁਣ ਕਹਿੰਦੇ ਵੀ ਗੱਲ ਤਾਂ ਠੀਕ ਆ ਤੇਰੀ, ਪਰ ਹੁਣ ਜਿਹਦੀ ਆਦਤ ਹੋਵੇ ਉਹ ਪਈ ਆ। ਜਿਵੇਂ ਸਾਈਂ ਬੁੱਲੇ ਸ਼ਾਹ ਨੇ ਲਿਖਿਆ ਨਾ, ਮੇਰੀ ਬੁੱਕਲ ਦੇ ਵਿੱਚ ਚੋਰ, ਜਿਹਦਾ ਰੌਲਾ ਸਾਰੀ ਦੁਨੀਆ ਦੇ ਵਿੱਚ ਪੈਂਦਾ, ਉਹ ਅੰਦਰ ਬੈਠਾ ਹੋਇਆ ਸਰੀਰ ਦੇ ਵਿੱਚ। ਤਾਂ ਕਹਿੰਦੇ ਜਿਹਦੀ ਆਦਤ ਆ ਉਹ ਮਜਬੂਰ ਆ, ਆਦਤ ਤੋਂ ਕੀ ਕਰੀਏ। ਹੁਣ ਸੰਤ ਮਾਧਵ ਦਾਸ ਪ੍ਰੇਮੀ ਸੀ, ਭਗਤ ਸੀ। ਉਹ ਕਹਿੰਦੇ ਜੀ ਫਿਰ ਕੋਈ ਸੇਵਾ ਮੇਰੇ ਲਾਇਕ ਦੱਸੋ। ਕਹਿੰਦੇ ਚੋਰੀ ਕਰੀਏ ਕਿਤੇ ਚੱਲ ਕੇ ਦੋਵੇਂ ਜਾਣੇ। ਕਹਿੰਦਾ ਮਹਾਰਾਜ ਸਾਰੀ ਉਮਰ ਕਥਾ ਵਾਰਤਾ ਦਾ ਅਭਿਆਸ ਕੀਤਾ, ਸਤ ਸੰਗਤ ਦਾ ਅਭਿਆਸ ਕੀਤਾ, ਪੂਜਾ ਪਾਠ ਦਾ ਅਭਿਆਸ ਕੀਤਾ, ਚੋਰੀ ਦਾ ਤਾਂ ਨਹੀਂ ਸੀ ਕਦੀ ਕੀਤਾ। ਇਹ ਤਾਂ ਕਹਿੰਦੇ ਮੈਨੂੰ ਆਉਂਦਾ ਨਹੀਂ। ਕਹਿੰਦੇ ਮੈਂ ਸਿਖਾ ਦੂੰਗਾ ਤੈਨੂੰ। ਬਸ ਚੋਰੀ 'ਚ ਇੱਕ ਕੰਮ ਹੀ ਕਰਨਾ ਪੈਂਦਾ ਵੀ ਫੁਰਤੀ ਰੱਖਣੀ ਆ। ਬਸ ਜੇ ਫੁਰਤੀ ਛੱਡਤੀ ਫਿਰ ਗਏ ਤੁਸੀਂ। ਚੋਰੀ ਕੋਈ ਔਖੀ ਨਹੀਂ ਆ, ਫੁਰਤੀ ਰੱਖਣੀ ਚਾਹੀਦੀ। ਕਹਿੰਦੇ ਚਲੋ ਠੀਕ ਆ। ਕਹਿੰਦੇ ਕਿੱਥੇ ਕਰਦੀ ਆ? ਤਾਂ ਭਗਵਾਨ ਕਹਿਣ ਲੱਗੇ ਵੀ ਜਿਹੜਾ ਜਗਨਨਾਥਪੁਰੀ ਦਾ ਰਾਜਾ ਨਾ, ਇਹਦਾ ਇੱਕ ਬਗੀਚਾ ਵਾ ਕਟਹਲ ਦਾ। ਕਟਹਲ ਦੇ ਦਰਖਤ ਲੱਗੇ, ਜਿਹਨੂੰ ਆਪਾਂ ਕਟਹਿਲ ਕਹਿ ਦਿੰਦੇ ਆ।
ਇਹਨੇ ਕਦੀ ਵੀ ਇੱਕ ਮੇਰੇ ਅੱਗੇ ਚੜਾਇਆ ਨਹੀਂ, ਕਦੀ ਵੀ ਇਹਨੇ ਭੋਗ ਨਹੀਂ ਲਵਾਇਆ। ਆਪਾਂ ਇਹਦੀ ਇੱਕ ਟਹਿਲ ਤੋੜਨੇ ਆ ਜਾ ਕੇ। ਕਹਿੰਦੇ ਜੀ ਚਲੋ। ਤਾਂ ਸੰਤ ਮਾਧਵ ਦਾਸ ਕਹਿੰਦਾ ਜੀ ਉਹ ਤੇ ਮੇਰਾ ਸਿੱਖ ਆ, ਉਹ ਤਾਂ ਬਹੁਤ ਪ੍ਰੇਮ ਕਰਦਾ ਵਾ, ਤੇ ਆਪਾਂ ਨੂੰ ਕੀ ਲੋੜ ਪਈ ਆ ਚੋਰੀ ਕਰਨ ਦੀ, ਆਪਾਂ ਉੱਦਾਂ ਕਹਿ ਦਿੰਦੇ ਉਹਨੂੰ ਸੱਜਣ ਨੂੰ। ਕਹਿੰਦੇ ਜਿਹੜਾ ਚੋਰੀ 'ਚ ਸਵਾਦ ਹੁੰਦਾ ਉਹ ਮੰਗਣ ਥੋੜ੍ਹੀ ਸਵਾਦ ਹੁੰਦਾ। ਕਹਿੰਦੇ ਜੀ ਚਲੋ ਫਿਰ ਤੁਰ ਪੈਂਦੇ ਦੋਵੇਂ ਤੁਰ ਪਏ। ਤਾਂ ਸੰਤ ਭਗਵਾਨ ਕ੍ਰਿਸ਼ਨ ਕਹਿੰਦੇ ਵੀ ਤੂੰ ਚੋਰੀ ਤੇ ਕਦੀ ਕੀਤੀ ਨਹੀਂ, ਤੇ ਮੈਂ ਤੈਨੂੰ ਸਿਖਾਉਣਾ, ਦਰਖਤ ਤੇ ਚੜ੍ਹ। ਉਹ ਦਰਖਤ ਤੇ ਚੜ੍ਹ ਗਿਆ ਜੀ। ਹੁਣ ਵਿਚਾਰੇ ਨੇ ਕੀਤੀ ਤੇ ਹੈ ਨਹੀਂ ਸੀ, ਪਹਿਲਾਂ ਉਹਨੇ ਰੌਲਾ ਪਾ ਬੈਠਾ। ਕਹਿੰਦੇ ਬੋਲੀ ਹੌਲੀ, ਮੈਂ ਤੈਨੂੰ ਸਮਝਾਉਣਾ, ਪਰ ਉਹਨੇ ਪਹਿਲਾਂ ਹੀ ਉੱਚੀ ਆਵਾਜ਼ 'ਚ ਕਹਿ ਦਿੱਤਾ ਵੀ ਕਿਹੜੇ ਤੇ ਚੜ੍ਹਾਂ। ਉਧਰੋਂ ਕਿਤੇ ਮਾਲੀ ਦੇ ਕੰਨਾਂ 'ਚ ਪੈ ਗਈ, ਕਹਿੰਦਾ ਖਲੋ ਜਾਓ ਮੈਂ ਦੱਸਦਾ ਕਿਹੜੇ ਤੇ ਚੜ੍ਹਾਂ। ਉਹ ਡਾਂਗ ਚੁੱਕ ਲਿਆ ਮਾਲੀ। ਚਲੋ ਦੋਵੇਂ ਜਾਣੇ ਲੋਕ ਗਏ। ਫਿਰ ਕਹਿੰਦੇ ਮੈਂ ਤੈਨੂੰ ਸਮਝਾਇਆ ਸੀ ਉੱਚੀ ਨਾ ਬੋਲ, ਇਹ ਚੋਰੀ ਦਾ ਨਿਯਮ ਨਹੀਂ ਆ, ਹੌਲੀ ਬੋਲ। ਚਲੋ ਫਿਰ ਭਗਵਾਨ ਨੇ ਆਖਿਆ ਫਲਾਨੇ ਤੇ ਚੜ੍ਹ ਜਾ। ਉੱਤੇ ਚੜ੍ਹ ਕੇ ਹੁਣ ਸੰਤ ਮਾਧਵ ਦਾ ਸੰਤ ਆਦਮੀ ਸੀ, ਸਾਧੂ ਲੋਕ ਸੀ। ਫਿਰ ਉੱਚੀ ਦੇਣੀ, ਕਹਿੰਦਾ ਕਿਹੜਾ ਤੋੜਾਂ। ਮਾਲੀ ਕਹਿੰਦਾ ਵੀ ਹੁਣ ਮੈਂ ਹੀ ਤੈਨੂੰ ਆਣ ਕੇ ਦੱਸਦਾ ਵੀ ਕਿਹੜਾ ਤੋੜਾਂ। ਹੁਣ ਭਗਵਾਨ ਕ੍ਰਿਸ਼ਨ ਤੇ ਫੁਰਤੀ ਵਾਲੇ ਸੀ, ਕੌਤਕੀ ਸੀ। ਉਹ ਤੇ ਖਿਸਕ ਗਏ ਉੱਥੋਂ, ਅੰਤਰ ਧਿਆਨ ਹੋ ਗਏ। ਤੇ ਇਹ ਵਿਚਾਰਾ ਹੁਣ ਇਹਨੇ ਗਾਤੀ ਲਾਈ, ਪਹਿਲਾਂ ਤੇ ਛੇਤੀ ਉਤਰਿਆ ਹੀ ਨਾ ਗਿਆ। ਹੁਣ ਸਿੰਘਾਂ ਵਾਂਗ ਕਸ਼ਹਿਰੇ ਤੇ ਪਾਏ ਨਹੀਂ ਹੁੰਦੇ, ਚੋਲੇ ਤੇ ਪਾਏ ਨਹੀਂ ਹੁੰਦੇ, ਫੁਰਤੀ ਤੇ ਹੁੰਦੀ ਨਹੀਂ। ਗਾਤੀ ਲਾਈ, ਸਾਧੂ ਹੈਗਾ ਸੀ ਪਹਿਲਾਂ, ਤੇ ਉਹ ਅੜੀ ਰਹੀ, ਉੱਤਰਦੇ ਦੀ ਅਰਪਲ ਗਿਆ। ਤੇ ਜਦੋਂ ਨੂੰ ਇਹ ਉੱਤਰ ਲੱਗਿਆ ਉਦੋਂ ਨੂੰ ਮਾਲੀ ਡਾਂਗ ਲੈ ਕੇ ਖਲੋਤਾ ਸੀ ਵੀ ਆ ਜਾ ਥੱਲੇ। ਚਲੋ ਉਹਨੇ ਬਾਹਾਂ ਬੰਨ ਕੇ ਦੋ ਛੱਡੀਆਂ ਵੀ ਉਹਨੇ, ਤੇ ਇੱਧਰ ਉੱਧਰ ਦੇਖਣ ਲੱਗਾ। ਮਾਲੀ ਕਹਿੰਦਾ ਕਿਹਨੂੰ ਵੇਖਣਾ। ਕਹਿੰਦਾ ਹੱਸ ਪਿਆ, ਕਹਿੰਦਾ ਸੋਚਦਾ ਜਿਹੜਾ ਲੈ ਕੇ ਆਇਆ ਉਹ ਕਿੱਥੇ ਹੈ। ਤਾਂ ਹੋਇਆ ਕਿ ਸਵੇਰੇ ਰਾਜੇ ਦੇ ਪੇਸ਼ ਕੀਤੇ ਗਏ। ਜਦੋਂ ਰਾਜੇ ਦੇ ਪੇਸ਼ ਕੀਤੇ ਗਏ, ਰਾਜੇ ਨੂੰ ਗੁੱਸਾ ਚੜ੍ਹ ਗਿਆ। ਕਹਿੰਦਾ ਇਹ ਤਾਂ ਮੇਰਾ ਗੁਰੂ ਆ। ਸੰਤ ਮਾਧਵ ਦਾਸ ਜੀ ਕਹਿਣ ਲੱਗੇ ਜਦੋਂ ਕੰਮ ਹੀ ਡਾਂਗਾ ਖਾਣ ਵਾਲੇ ਕਰਾਂਗੇ ਤੇ ਗੁਰੂ ਕੀ ਕਰੂਗਾ। ਕਹਿੰਦੇ ਮਹਾਰਾਜ ਜੀ ਕੀ ਹੋ ਗਿਆ। ਕਹਿੰਦੇ ਕੁਸੰਗ 'ਚ ਫਿਰ ਇਹੀ ਕੁਝ ਹੁੰਦਾ ਵਾ ਜਿਹੜਾ ਕੋਈ ਮੇਰੇ ਨਾਲ ਹੋਇਆ ਵਾ। 2 ਵੱਜੀਆਂ ਵੀਆਂ ਤੇ ਸਾਰੀ ਰਾਤ ਹੱਥ ਬੰਨ੍ਹ ਕੇ ਰੱਖਿਆ। ਕਹਿੰਦੇ ਕੁਸੰਗ ਉਹ ਵੀ ਤੁਹਾਡਾ। ਕਹਿੰਦੇ ਚੱਲ ਘਰੇ ਚੱਲ, ਮਹਿਲ ਚੱਲ, ਤੈਨੂੰ ਦੱਸਦਾ ਇਕੱਲੇ। ਹੁਣ ਉਹ ਰਾਜਾ ਭਗਵਾਨ ਦਾ ਭਗਤ ਸੀ। ਜਦੋਂ ਰਾਜੇ ਨੂੰ ਸੰਤ ਮਾਧਵ ਦਾਸ ਨੇ ਸਾਰੀ ਗੱਲ ਦੱਸੀ, ਉਹਦੇ ਤੇ ਵਿਰਾਗ ਦਾ ਜਲ ਅੱਖਾਂ 'ਚੋਂ ਵਗਣ ਲੱਗ ਪਿਆ। ਉਹਦੇ ਰੋਮ ਰੋਮ ਖੜੇ ਹੋ ਗਏ, ਲੂੰ ਕੰਡੇ ਖੜੇ ਹੋ ਗਏ। ਤਾਂ ਵਿਰਾਗ ਦੇ ਵਿੱਚ ਆ ਕੇ ਉਹ ਕਹਿੰਦਾ ਜੇ ਹਾਂ ਗੱਲ ਆ, ਤਾਂ ਕਹਿੰਦੇ ਹਾਂ ਗੱਲ ਆ। ਤਾਂ ਉਹਨੇ ਸਾਰਾ ਹੀ ਉਹ ਕਟਹਿਲ ਦਾ ਜਿਹੜਾ ਬਾਗ ਸੀ ਨਾ, ਬਗੀਚਾ, ਉਹ ਜਗਨਨਾਥਪੁਰੀ ਦੇ ਮੰਦਿਰ ਦੇ ਨਾਮ ਲਾਇਆ। ਅੱਜ ਵੀ ਕਿੰਨੇ 100 ਸਾਲ ਬਾਅਦ ਉਹਦੀ ਰਜਿਸਟਰੀ ਜਾ ਕੇ ਦੇਖ ਲਓ, ਮੰਦਿਰ ਦੇ ਨਾਂ ਲੱਗੀ ਹੋਈ, ਅੱਜ ਵੀ ਲੱਗੀ ਆ, ਭਾਵੇਂ ਚੈੱਕ ਕਰ ਲਓ ਰਿਕਾਰਡ ਜਾ ਕੇ, ਉਸ ਰਾਜੇ ਵੱਲੋਂ ਕਰਾਈ ਹੋਈ ਹੈ। ਤਾਂ ਜਦੋਂ ਇਹ ਲਿਖਾ ਕੇ ਸਾਰਾ ਕੁਝ ਤੁਰੇ ਆਉਂਦੇ ਸੀ ਤਾਂ ਸਮੁੰਦਰ ਦੇ ਕੰਢੇ ਤੇ ਭਗਵਾਨ ਫਿਰ ਪ੍ਰਗਟ ਹੋਏ ਤੇ ਹੱਸ ਕੇ ਕਹਿਣ ਲੱਗੇ ਸੰਤ ਜੀ ਫਿਰ ਰਾਤ ਕਿੱਦਾਂ ਕੱਟੀ। ਕਹਿਣ ਲੱਗਾ ਮਹਾਰਾਜ ਹੁਣ ਤੁਹਾਨੂੰ ਕੀ ਦੱਸਾਂ ਵੀ ਕਿੱਦਾਂ ਕੱਟੀ। ਜੇ ਮਹਾਰਾਜ ਨਾ ਹੁੰਦੇ ਤੇ ਫਿਰ ਤੁਹਾਨੂੰ ਜ਼ਰੂਰ ਦੱਸਦਾ ਵੀ ਕਿੱਦਾਂ ਕੱਟੀ ਗਈ। ਤਾਂ ਭਗਵਾਨ ਪਰਮੇਸ਼ਰ ਵਾਹਿਗੁਰੂ ਦਾ ਇੱਕ ਰੂਪ ਇੱਦਾਂ ਦਾ ਵੀ ਹੈ ਜਿਹਦੀ ਲੀਲਾ ਜਿਹੜੇ ਕੌਤਕ ਨੇ ਇਸ ਤਰ੍ਹਾਂ ਦੇ। ਤੇ ਹੈਰਾਨੀ ਦੀ ਗੱਲ ਇਹ ਹੈ ਵੀ ਉਹਨੂੰ ਤ੍ਰੀਮਾਨ ਜਿੰਨੀਆਂ ਔਰਤਾਂ ਨੇ ਉਹ ਉਹਨੂੰ ਮੰਨਦੀਆਂ ਸੀ, ਪੂਜਦੀਆਂ ਸੀ। ਇਹ ਗੁਰਬਾਣੀ 'ਚ ਲਿਖਿਆ ਵਾ। ਕੀ ਲਿਖਿਆ। ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾ ਰਸ ਗਾਉ ਰੇ, ਉਆ ਕਾ ਸਰੂਪ ਦੇਖ ਮੋਹੀ ਗਵਾਰਨ। ਜਿੰਨੀਆਂ ਗੋਪੀਆਂ ਸੀ 16,000 ਵਿਆਹ ਮੂੰਹ ਨਾ ਕਹਿਣੇ। ਮੰਨਣ ਚਾਹੁੰਦਾ ਵੀ ਇੱਕ ਬੰਦੇ ਦੇ 16,000 ਵਿਆਹ ਹੋਣ। ਤਾਂ ਉਹਦਾ ਦਾ ਸਰੂਪ ਦੇਖ ਕੇ ਹੀ ਮੋਹਤ ਹੋ ਜਾਂਦੀਆਂ ਸੀ। ਤਾਂ ਉਹਨੂੰ ਕਹਿੰਦੇ ਜਿਹਨੂੰ ਤ੍ਰੀ ਵੀ ਮੰਨਦੀ ਐਸੀ ਸੁੰਦਰਤਾ ਵਾਲਾ ਜਿਹੜਾ ਪਰਮੇਸ਼ਰ ਹੈ। ਤਾਂ ਮਹਾਰਾਜ ਕਹਿੰਦੇ ਉਹਦੀ ਕਲਾ ਨੂੰ ਵੀ ਮੈਂ ਨਮਸਕਾਰ ਕਰਦਾ ਹਾਂ, ਉਹਦਾ ਨਾਮ ਵੀ ਯਾਦ ਕਰਦਾ ਹਾਂ। ਨਿਧਾਨ ਹੈ। ਨਿਧਾਨ ਕਹਿੰਦੇ ਖਜ਼ਾਨਿਆਂ ਦਾ ਮਾਲਕ, ਸ਼ੁਭ ਗੁਣਾਂ ਦਾ ਮਾਲਕ, ਹਰ ਚੀਜ਼ ਦੀ ਉੱਥੇ ਭਰਪੂਰਤਾ ਹੈ, ਕਿਸੇ ਗੱਲ ਦਾ ਘਾਟਾ ਨਹੀਂ, ਕਿਸੇ ਗੱਲ ਦੀ ਘਾਟ ਨਹੀਂ ਉੱਥੇ ਪੈਂਦੀ। ਉਹ ਖਜ਼ਾਨਿਆਂ ਦਾ ਮਾਲਕ ਹੈ।
ਨਿਧੀਆਂ ਦਾ ਮਾਲਕ ਹੈ, ਸਿੱਧੀਆਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ। ਤ੍ਰਿਵਰਗ ਹੈ। ਉਹਨੂੰ ਤਿੰਨੇ ਹੀ ਤ੍ਰਿਵਰਗ ਸਰੂਪ, ਉਹ ਪਰਮਾਤਮਾ ਹੀ ਸਿੱਖ ਵਾਸਤੇ ਭਗਵਾਨ ਵਿਸ਼ਨੂੰ ਸਰੂਪ ਹੈ, ਉਹ ਪਰਮਾਤਮਾ ਹੀ ਸਿੱਖ ਵਾਸਤੇ ਸ਼ਿਵ ਸਰੂਪ ਹੈ, ਉਹ ਪਰਮਾਤਮਾ ਹੀ ਸਿੱਖ ਵਾਸਤੇ ਬ੍ਰਹਮਾ ਸਰੂਪ ਹੈ, ਤ੍ਰਿਵਰਗ ਸਰੂਪ ਹੈ। ਜਿਵੇਂ ਬਾਣੀ ਕਹਿੰਦੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਸਾਰਾ ਕੁਝ ਉਹਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਹੀ ਹੈ, ਗੁਰੂ ਹੀ ਉਹਦੇ ਵਾਸਤੇ ਹੈ। ਅਸਰਗ ਹੈ। ਅਸਰਗ ਕਹਿੰਦੇ, ਸਰਗ ਕਹਿੰਦੇ ਸੰਸਰਗ ਨੂੰ, ਜਾਂ ਸੰਸਰਗ ਕਹਿੰਦੇ ਜਨਮ ਨੂੰ। ਜਨਮ ਤੋਂ ਰਹਿਤ ਹੈ, ਨਿਰਲੇਪ ਹੈ, ਸੰਬੰਧ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਨੀਲ ਹੈ। 10,000 ਅਰਬ ਦੀ ਗਿਣਤੀ ਨੂੰ ਇੱਕ ਨੀਲ ਮੰਨਿਆ ਜਾਂਦਾ ਹੈ, 100 ਨੀਲ ਨੂੰ ਇੱਕ ਪਦਮ ਮੰਨਿਆ ਜਾਂਦਾ ਹੈ। ਇੰਨੀ ਗਿਣਤੀ ਦਾ ਵੀ ਕੋਈ ਮਾਹਰ ਹੋਵੇ ਤਾਂ ਵੀ ਉਹਦਾ ਅੰਤ ਨਹੀਂ ਪਾ ਸਕਦਾ। ਗਿਣਤੀ ਤੋਂ, ਮਿਣਤੀ ਤੋਂ, ਲੇਖ ਤੋਂ, ਹਿਸਾਬ ਕਿਤਾਬ ਤੋਂ ਉਹ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਅਨਾਦ ਹੈ। ਉਹਦਾ ਕੋਈ ਮੁੱਢ ਨਹੀਂ ਜਾਣ ਸਕਦਾ, ਕਦੋਂ ਕਦਾ ਹੈ। ਉਹ ਵਾਹਿਗੁਰੂ ਪਰਮੇਸ਼ਰ ਆਦਿ ਤੋਂ ਰਹਿਤ ਹੈ। ਆਜ਼ਾਦ ਹੈ। ਆਜ਼ਾਦ, ਉਹਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ। ਉਹ ਤਾਂ ਬੰਧਨ ਕੱਟਣ ਵਾਲਾ ਹੈ, ਮੁਕਤ ਕਰਨ ਵਾਲਾ ਹੈ। ਆਜ਼ਾਦ ਸਰੂਪ, ਆਜ਼ਾਦ ਬਿਰਤੀ ਦਾ ਮਾਲਕ ਹੈ। ਜਾਂ ਅੱਜ ਆਦ ਬ੍ਰਹਮਾ ਜੀ ਵਰਗੇ ਜਿਹੜੇ ਸਭ ਤੋਂ ਪੁਰਾਤਨ ਦੇਵਤੇ ਮੰਨੇ ਗਏ, ਉਹਨਾਂ ਦਾ ਵੀ ਆਦ ਉਹ ਮੁੱਢ ਹੈ ਵਾਹਿਗੁਰੂ ਪਰਮੇਸ਼ਰ। ਜਨਮ ਹੈ। ਉਹ ਵਾਹਿਗੁਰੂ ਪਰਮੇਸ਼ਰ ਜੀ ਜਨਮ ਤੋਂ ਰਹਿਤ ਹਨ। ਅਬਰਨ ਹੈ। ਜਾਂ ਆਜ਼ਾਦ ਦਾ ਅਰਥ ਕਰਦੇ ਆ ਅੱਜ ਆਦ, ਹੁਣ ਵੀ ਹੈ, ਅਜੇ ਵੀ। ਆਦ ਜਿਹੜਾ ਸਰੂਪ ਸ਼ੁਰੂ ਤੋਂ ਸੀ ਆਦ, ਅੱਜ ਹੁਣ ਵੀ ਉਹੀ ਸਰੂਪ ਹੈ। ਜੇ ਉਹ ਪਹਿਲਾਂ ਰੱਖਿਆ ਕਰਦਾ ਸੀ ਵਾਹਿਗੁਰੂ ਪਰਮੇਸ਼ਰ, ਤਾਂ ਉਹ ਹੁਣ ਵੀ ਰੱਖਿਆ ਕਰਦਾ ਹੈ। ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਜੇ ਉਹ ਪਹਿਲਾਂ ਸਹਾਇਤਾ ਕਰਦਾ ਸੀ ਤੇ ਅੱਜ ਕਲਯੁਗ ਦੇ ਵਿੱਚ ਵੀ ਬਾਂਹ ਫੜਦਾ ਹੈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਤਾਂ ਮਹਾਂਪੁਰਸ਼ ਇੱਕ ਅਰਥ ਹੋਰ ਕਰ ਦਿੰਦੇ ਆ, ਅੱਜ ਆਦ ਮੈਨੇ ਆਦ, ਜਿਹੋ ਜਿਹਾ ਆਦ ਸ਼ੁਰੂ ਤੋਂ ਸੀ, ਉਹਦਾ ਸੁਭਾਅ, ਉਹਦੀ ਬਿਰਤੀ, ਉਹਦਾ ਗੁਣ ਹੁਣ ਕੋਈ ਬਦਲਿਆ ਨਹੀਂ ਆ। ਅੱਜ ਦੇ ਸਮੇਂ 'ਚ ਹੁਣ ਵੀ ਉਸੇ ਤਰ੍ਹਾਂ ਦਾ ਹੀ ਹੈ। ਉਵੇਂ ਹੀ ਬਰਕਤਾਂ ਦਿੰਦਾ ਹੈ, ਉਵੇਂ ਹੀ ਕਿਰਪਾ ਕਰਦਾ ਹੈ, ਉਵੇਂ ਹੀ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਸਿੱਖਾਂ ਦੀ, ਧਰਮੀ ਪੁਰਸ਼ਾਂ ਦੀ ਸਹਾਇਤਾ ਕਰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਕਿਰਪਾ ਕਰਨ ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਧੰਨ ਬਾਬਾ ਜਵਾਹਰ ਦਾਸ ਜੀ ਆਪਣੇ ਦਰ ਤੇ ਹਾਜ਼ਰੀ ਪ੍ਰਵਾਨ ਕਰਨ। ਆਓ ਕਥਾ ਵਿਚਾਰਤੀ ਇੱਥੇ ਹੀ ਸਮਾਪਤੀ ਕਰੀਏ ਜੀ। ਅਨੀਲ ਹੈ। ਅਨਾਦ ਹੈ। ਅਜੇ ਹੈ। ਆਜ਼ਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ